ਮੁੱਦੇ ਦੀ ਗੱਲ ਦੇਖ ਰਹੇ ਹੋ ਤੁਸੀਂ। ਮੈਂ ਹਾਂ ਸੁਰਿੰਦਰ ਡੱਲਾ। ਹਰ ਰੋਜ਼ ਦੀ ਤਰ੍ਹਾਂ ਅੱਜ ਫਿਰ ਬੜੇ ਅਹਿਮ ਪੁਆਇੰਟਸ ਨੇ ਜਿਨ੍ਹਾਂ ਦੇ ਉੱਤੇ ਗੱਲ ਕਰਾਂਗੇ। ਪਾਕਿਸਤਾਨ ਦੇ ਪ੍ਰਤੀ ਭਾਰਤ ਸਰਕਾਰ ਦੇ ਪ੍ਰਤੀਕਰਮ ਤੋਂ ਬਾਅਦ ਵੀ ਮੁਲਕ ਦੇ ਵਿੱਚ ਇੱਕ ਨਵੀਂ ਤਰ੍ਹਾਂ ਦੀ ਸਿਆਸਤ ਸ਼ੁਰੂ ਹੋਈ ਹੈ। ਇਹਦੇ ਨਾਲ ਨਵਜੋਤ ਸਿੰਘ ਸਿੱਧੂ ਵਾਹਗਾ ਸਰਹੱਦ ਰਾਹੀਂ ਵਾਪਸ ਮੁੜੇ ਨੇ। ਕੱਲ ਰਾਤ ਬੀਬਾ ਹਰਸਿਮਰਤ ਕੌਰ ਬਾਦਲ ਤੇ ਕੇਂਦਰੀ ਰਾਜ ਮੰਤਰੀ ਹਰਦੀਪ ਪੁਰੀ ਵਾਪਸ ਮੁੜੇ ਸੀ ਔਰ ਪੁਰੀ ਸਾਹਿਬ ਕਹਿੰਦੇ ਕਿ ਵਾਜਪਾਈ ਸਾਹਿਬ ਦੇ ਵੇਲੇ ਤੋਂ ਹੀ ਅਸੀਂ ਮੰਗ ਕਰ ਰਹੇ ਸੀ ਕਿ ਇਹ ਜਿਹੜਾ ਲੰਘ ਹੈ ਇਹ ਖੁੱਲ੍ਹਣਾ ਚਾਹੀਦਾ। ਹਾਲਾਂਕਿ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਅਸੀਂ ਆਜ਼ਾਦੀ ਵੇਲੇ ਦੀ ਇਹ ਮੰਗ ਕਰ ਰਹੇ ਹਾਂ ਕਿ ਇਹ ਲਾਂਘਾ ਸਾਡਾ ਵਾਪਸ ਮੁੜੇ। ਨਵਜੋਤ ਸਿੰਘ ਸਿੱਧੂ ਅੱਜ ਵਾਪਸ ਆਏ। ਆਉਂਦੇ ਹੀ ਸਾਡੇ ਕਈ ਟੈਲੀਵਿਜ਼ਨ ਚੈਨਲਾਂ ਦੇ ਪੱਤਰਕਾਰਾਂ ਨੇ ਪੁੱਛਿਆ ਕਿ ਉੱਥੇ ਚਾਵਲਾ ਦੇ ਨਾਲ ਜਿਹੜੀ ਤੁਹਾਡੀ ਤਸਵੀਰ ਹੈ ਉਹਦੇ ਤੇ ਤੁਸੀਂ ਕੀ ਕਹਿਣਾ। ਤੇ ਨਵਜੋਤ ਸਿੰਘ ਸਿੱਧੂ ਕਹਿੰਦੇ ਕਿ ਮੈਂ ਕਿਸੇ ਨੂੰ ਨਹੀਂ ਜਾਣਦਾ, ਪਰ ਸੁਖਬੀਰ ਬਾਦਲ ਕਹਿੰਦੇ ਨੇ ਕਿ ਸੁਖਬੀਰ ਬਾਦਲ ਕਹਿੰਦੇ ਨੇ ਚਾਵਲੇ ਨਾਲ ਸਿੱਧੂ ਦੀ ਤਸਵੀਰ ਦੀ ਜਾਂਚ ਹੋਣੀ ਚਾਹੀਦੀ ਹੈ। ਪਰ ਤਸਵੀਰ ਚਾਵਲੇ ਦੀ ਇੱਕ ਲੌਂਗੋਵਾਲ ਦੀ ਵੀ ਸੋਸ਼ਲ ਮੀਡੀਆ ਤੇ ਆ ਰਹੀ ਹੈ। ਸੋ ਲਾਂਘੇ ਤੋਂ ਬਾਅਦ ਦੀ ਸਿਆਸਤ ਹੈ ਜਿਹੜੀ ਉਹਦਾ ਨਵਾਂ ਦੌਰ ਸ਼ੁਰੂ ਹੋ ਗਿਆ ਕਿ ਆਖਰ ਇਸ ਲਾਂਘੇ ਨਾਲ ਕਿਹੜੇ ਲੋਕ ਆਪਣੇ ਹਿੱਤ ਸਾਧਣਗੇ। ਬਹੁਤ ਸਾਰੇ ਲੋਕ ਅਜਿਹੇ ਵੀ ਨੇ ਜਿਹੜੇ ਕਹਿੰਦੇ ਨੇ ਕਿ ਸਾਨੂੰ ਬਚਾਉਣਾ ਹੋਏਗਾ ਕਿ T20 ਵਾਲੇ ਉੱਥੇ ਕਿਤੇ ਨਵਾਂ ਕਾਰਨਾਮਾ ਨਾ ਕਰ ਦੇਣ। ਸੋ ਸਾਡੀਆਂ ਸੁਰੱਖਿਆ ਏਜੰਸੀਆਂ ਨੂੰ ਭਾਰਤ ਵਾਲੇ ਪਾਸੇ ਵੀ ਚੌਕਸ ਹੋਣ ਦੀ ਜ਼ਰੂਰਤ ਹੈ। ਅਹਿਮ ਪੁਆਇੰਟਸ ਤੇ ਸੰਜੀਦਗੀ ਦੇ ਨਾਲ ਗੱਲ ਹੋ ਸਕਦੀ ਹੈ, ਪਰ ਰਾਜਨੀਤੀ ਕਰਨ ਵਾਲੇ ਲੋਕ ਰਾਜਨੀਤੀ ਜ਼ਿਆਦਾ ਕਰ ਰਹੇ ਨੇ। ਪੋਲੀਟੀਕਲ ਰਿਐਕਸ਼ਨ ਉਸ ਤੋਂ ਬਾਅਦ ਵੱਖ-ਵੱਖ ਮਾਹਰ ਮਹਿਮਾਨਾਂ ਦੇ ਨਾਲ ਗੱਲ ਕਰਦੇ ਹਾਂ। ਲੌਂਗੋਵਾਲ ਸਾਹਿਬ ਤੇ ਜਿਹੜੇ ਹੈਗੇ ਜਿਹਨੇ ਆਪਣੇ ਡਿਗਨਿਟਰੀ ਆ ਗੈਸਟ ਆ ਉਹਨਾਂ ਦੀ ਸਟੇਟ ਦੇ ਪਹਿਲੀ ਉਹ ਸਟੇਟ ਦੇ ਗੈਸਟ ਹੈ। ਪ੍ਰਧਾਨ ਮੰਤਰੀ ਉਹਨਾਂ ਦਾ ਪ੍ਰਧਾਨ ਮੰਤਰੀ ਮੈਸੇਜ ਕੀ ਦਿੰਦਾ ਹੈ ਕਿ ਜਿਹੜੇ ਆਪਣੇ ਇੱਥੇ ਟੈਰਰਿਸਟ ਅਟੈਕ ਕਰਾਉਂਦੇ ਆ ਅਸੀਂ ਉਹਨਾਂ ਨੂੰ VIP ਟ੍ਰੀਟਮੈਂਟ ਦਿੰਦੇ ਆ। ਅੱਜ ਜਿਹੜੇ ਉਹਨਾਂ ਦੇ ਹਲਕੇ ਟੈਰਰਿਸਟ ਅਟੈਕ ਹੋਇਆ ਸੀ ਉਹਦੇ ਲਿੰਕ ਗੋਪਾਲ ਚਾਵਲੇ ਨਾਲ ਸੀ, ਉਹਨਾਂ ਦੇ ਆਪਣੇ ਹਲਕੇ 'ਚ ਸੇ। ਜੇ ਉਹਨਾਂ ਨਾਲ ਹੱਥ ਮਿਲਾਉਣਗੇ ਜਾਂ ਕੁਛ ਕਰਨਗੇ ਫਿਰ ਸਿੱਧੂ ਸਾਹਿਬ ਆਨਸਰ ਕਰਨਗੇ ਕਿ ਉਹਨਾਂ ਨੂੰ ਕੀ ਪ੍ਰਾਇਰਟੀ ਕੀ ਹੈ, ਆਪਣਾ ਦੇਸ਼ ਪ੍ਰਾਇਰਟੀ ਹੈ ਜਾਂ ਕੋਈ ਹੋਰ ਪ੍ਰਾਇਰਟੀ ਹੈ। ਕਿ ਲੌਂਗੋਵਾਲ ਸਾਹਿਬ ਦੀ ਤਸਵੀਰ ਉਹਦੇ ਨਾਲ ਬਿਲਕੁਲ ਬੈਠਿਆਂ ਆਈ ਹੈ। ਲੌਂਗੋਵਾਲ ਸਾਹਿਬ ਉਹਨੂੰ ਚੰਗੀ ਤਰ੍ਹਾਂ ਜਾਣਦੇ ਹੈ। ਲੌਂਗੋਵਾਲ ਸਾਹਿਬ ਨੂੰ ਪਤਾ ਹੈ ਕਿ ਗੁਰਦੁਆਰਾ ਕਮੇਟੀ ਦਾ ਉਹ ਮੈਂਬਰ ਹੈ। ਲੌਂਗੋ ਸਾਹਿਬ ਨੂੰ ਇਹ ਵੀ ਪਤਾ ਕਿ ਉਹ ਦੇਸ਼ ਦਾ ਦੁਸ਼ਮਣ ਹੈ ਤੇ ਲੌਂਗੋਵਾਲ ਸਾਹਿਬ ਨੇ ਆਪਣੀ ਗਲਫੜੀ 'ਚ ਉਹਨੂੰ ਲੈ ਕੇ ਬਿਠਾਇਆ ਹੋਇਆ ਔਰ ਸਿੱਧੂ ਤੇ ਉਹਨੂੰ ਜਾਣਦਾ ਤੱਕ ਨਹੀਂ ਕਿ ਸੁਖਬੀਰ ਸਿੰਘ ਬਾਦਲ लौंगोवाल का इस्तीफा लेंगे। तो वहाँ हरसिमरत भी और पुरी साहब भी बैठे थे, तो इनको प्रोटेस्ट करना चाहिए था कि जहाँ खालिस्तानी बैठे हम नहीं बैठेंगे। अगर उनके साथ सिद्धू ना उठता तो मैं कहता हूँ कि सिद्धू फिर देशद्रोही हो सकता था। गोपाल चावला दी की एक्टिविटीज़ रही हैं, उन्हों का उत्थे फंक्शन ते हाज़र होना पाकिस्तान सरकार ISI ते उन्हों दी फौज की नीयत ते पहला ही शक करता है, जिस करके साडे चीफ मिनिस्टर कैप्टन अमरिंदर सिंह होना ने स्टैंड लिया सीगा भी पाकिस्तान अपनी हरकतां तो बाज नहीं आंदा ते उत्थे जाण दा तुक नहीं बनदा। स्टूडियो दे विच माहर मेहमान मेरे नाल मौजूद ने। सीनियर पत्रकार राजेश मेहरा साहब मौजूद ने। मेहरा साहब बहुत बहुत स्वागत है। जगबीर सिंह सोखी जी श्रोमणी अकाली दल के सीनियर आगू ने, बहुत स्वागत है जी। जथेदार जसविंदर सिंह बलीएवाल जी कांग्रेस के सीनियर आगू ने, तुहाडा बहुत स्वागत है। और कर्नल दर्शन सिंह ढिल्लों साहब आम आदमी पार्टी के आगू ने, ਤੁਹਾਡਾ ਵੀ ਬਹੁਤ ਸਵਾਗਤ ਹੈ। ਖੈਰਾ ਧੜਾ ਮੈਂ ਜ਼ਿਕਰ ਜ਼ਰੂਰ ਕਰਦਾ ਕਿਉਂਕਿ ਅੱਜ ਕੱਲ੍ਹ ਬਹੁਤ ਕੁਝ ਧੜਿਆਂ 'ਚ ਵੰਡਿਆ ਪਿਆ। ਮਹਿਰਾ ਸਾਹਿਬ, ਸਭ ਤੋਂ ਪਹਿਲਾਂ ਥੋੜ੍ਹੀ ਟਿੱਪਣੀ ਨਵਜੋਤ ਸਿੰਘ ਸਿੱਧੂ ਦੀਆਂ ਤਸਵੀਰਾਂ 'ਤੇ ਜਿਹੜਾ ਵਿਵਾਦ ਹੋ ਰਿਹਾ, ਤੇ ਮੈਂ ਨਾਲੇ ਵੀ ਪੁੱਛ ਲਾਂ, ਰਾਤ ਜਿਹੜਾ ਸਰਟੀਫਿਕੇਟ ਫੇਰ ਵੰਡਿਆ ਸਾਡੇ ਕਈ ਕੌਮੀ ਚੈਨਲਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਦੇਸ਼ ਦਰੋਹ ਹੋਣ ਦਾ, ਜਿਹੜਾ ਚਾਵਲੇ ਦੀ ਤਸਵੀਰ 'ਤੇ ਵਿਵਾਦ ਬਣ ਰਿਹਾ, ਇਹਦੇ 'ਤੇ ਤੁਹਾਡੀ ਕੀ ਟਿੱਪਣੀ ਹੈ? देखो ये चीज़ ये होंगी है जो तुसी किसी के घर जाने हो, एक नैशनल लैवल का नहीं एक इंटरनैशनल लैवल का वो फंक्शन सीगा, उत्थे उस ऑर्गेनाइजर ने देखना सी क्योंकि उत्थे ऑर्गेनाइजर पाकिस्तान सीगा, उन्होंने देखना होंदा भी तुसी किहदी मेहमानबाजी किहनूं बुलाना किहनूं नहीं बुलाना। अगर उत्थे कोई भी मेहमान आंदा ਤੇ ਤੁਸੀਂ ਉੱਥੇ ਤੁਹਾਨੂੰ ਸੀਟ ਦਿੱਤੀ ਜਾਂਦੀ ਹੈ, ਬਕਾਇਦਾ ਤੁਹਾਡੀ ਅਲਾਟਮੈਂਟ ਹੁੰਦੀ ਹੈ, ਤੁਸੀਂ ਇੱਥੇ ਬੈਠਣਾ। ਤੁਸੀਂ ਦੇਖਿਆ ਵੀ ਹੋਣਾ ਤਸਵੀਰਾਂ ਦੇ ਵਿੱਚ ਜਿੱਥੇ ਸਿੱਧੂ ਬੈਠੇ ਨੇ, ਜਿੱਥੇ ਪ੍ਰਾਈਮ ਮਿਨਿਸਟਰ ਪਾਕਿਸਤਾਨ ਬੈਠੇ, ਜਿੱਥੇ ਉਹਨਾਂ ਦੇ ਫੋਰਨ ਮਿਨਿਸਟਰ ਬੈਠੇ ਨੇ, ਜਾਂ ਜਿੱਥੇ ਸਾਡੇ ਹਿੰਦੁਸਤਾਨ ਤੋਂ ਗਏ 2 ਮੰਤਰੀ ਬੈਠੇ ਨੇ, ਹਰਸਿਮਰਤ ਬਾਦਲ ਬੈਠੇ ਨੇ, ਪੁਰੀ ਜੀ ਬੈਠੇ ਨੇ, ਉਹਨਾਂ ਦੀ ਉਹੀ ਸੀਟ ਹੈ। ਉਹ ਇਸ ਸੀਟ ਤੋਂ ਦੂਜੀ ਸੀਟ ਤੇ ਨਹੀਂ ਬੈਠ ਸਕਦੇ। ਜੇ ਚਾਵਲਾ ਜੀ ਉੱਥੋਂ ਆਏ ਨੇ, ਉਹਨਾਂ ਦੀ ਜਿਹੜੀਆਂ ਗਤੀਵਿਧੀਆਂ ਉਹ ਸਾਰੇ ਦੁਨੀਆ ਨੂੰ ਪਤਾ, ਹਿੰਦੁਸਤਾਨ ਨੂੰ ਪਤਾ, ਉਹ ਕਿਸ ਤਰ੍ਹਾਂ ਅੰਦਰ ਆਏ ਨੇ ਪਾਕਿਸਤਾਨ ਨੇ ਦੇਖਣਾ। ਅਗਰ ਪਾਕਿਸਤਾਨ ਨੇ ਦੇਖਣਾ ਵੀ ਉਹ ਉਹਨਾਂ ਦੇ ਕੋਲ ਕਿਉਂ ਬੈਠੇ ਨੇ,
ਨੇ, ਜੇ ਬੈਠੇ ਆ ਤੇ ਕਿਸ ਲਈ ਬੈਠੇ ਨੇ। ਇਸ ਕਰਕੇ ਕੋਈ ਵੀ ਕਿਤੇ ਜਾਂਦਾ ਤਾਂ ਪੱਤਰਕਾਰ ਜਿਹੜੇ ਇੱਥੇ ਸਾਰੇ ਕੈਮਰੇ ਖੁੱਲੇ ਹੁੰਦੇ, ਕਿਸੇ ਨਾ ਕਿਸੇ ਕੈਮਰੇ ਦੇ ਵਿੱਚ ਹਰ ਫੋਟੋਆਂ ਮੌਜੂਦ ਸੀਗੀਆਂ। ਉਹ ਕਿਸੇ ਨੇ ਕੋਈ ਇਹ ਸਿਆਸਤ ਕਰਨ ਵਾਸਤੇ ਔਰ ਜਿਹੜੇ ਲੋਕ, ਮੈਂ ਅੱਜ ਵੀ ਕਹਾਂਗਾ, ਉਹ ਕੱਲ ਵੀ ਕਿਹਾ ਸੀ, ਜਿਹੜੇ ਲੋਕ ਇਸ ਮਿੱਤਰਤਾ ਨੂੰ ਪਸੰਦ ਨਹੀਂ ਕਰਦੇ, ਉਹ ਇਹੋ ਜਿਹੀਆਂ ਹਰਕਤਾਂ ਕਰਦੇ ਨੇ, ਉਹ ਇਹੋ ਜਿਹੀ ਬਿਆਨਬਾਜ਼ੀ ਕਰਕੇ ਔਰ ਦੋਨਾਂ ਦੇਸ਼ਾਂ ਨੂੰ ਦੂਰ ਰੱਖਣਾ ਚਾਹੁੰਦੇ। ਜੀ ਸੋਖੀ ਸਾਹਿਬ ਥੋੜੀ ਟਿੱਪਣੀ ਲੈ ਲਾ। ਪੋਲੀਟੀਕਲ ਰਿਐਕਸ਼ਨ ਦੀ ਬੜੀ ਇੰਪੋਰਟੈਂਸ ਹੁੰਦੀ ਹੈ, ਕਿਉਂਕਿ ਚੈਨਲ ਜਦੋਂ ਚੀਜ਼ਾਂ ਦਿਖਾਉਂਦੇ ਨੇ ਫਿਰ ਪੋਲੀਟੀਕਲ ਰਿਐਕਸ਼ਨ ਵੀ ਆਉਂਦਾ ਹੈ। ਤੇ ਸਾਡੇ ਮੁਲਕ ਦੇ ਚੈਨਲਾਂ ਨੇ ਸਿੱਧੂ ਦੀ ਉਹ ਚਾਵਲੇ ਵਾਲੀ ਤਸਵੀਰ ਨੂੰ ਬਹੁਤ ਦਿਖਾਇਆ, ਕਈਆਂ ਨੇ ਤਾਂ ਬਹੁਤ ਸਵਾਦ ਵੀ ਲਿਆ ਉਹਦੇ ਤੇ, ਪਰ ਸੁਖਬੀਰ ਬਾਦਲ ਵੀ ਸਵਾਦ ਲੈ ਗਏ। ਉਹ ਕਹਿੰਦੇ ਸਿੱਧੂ ਵਾਲੀ ਦੀ ਜਾਂਚ ਹੋਵੇ। ਮਹਿਰਾ ਸਾਹਿਬ ਨੇ ਗੱਲ ਕਹੀ ਆ, ਮੈਂ ਉਹਨੂੰ ਸੈਕੰਡ ਕਰਕੇ ਅੱਗੇ ਤੋਰਦਾ ਕਿ ਲੋਕਤੰਤਰ ਦਾ, ਡੈਮੋਕ੍ਰੇਸੀ ਦਾ ਫੋਰਥ ਪਿਲਰ ਮੀਡੀਆ, ਲੇਕਿਨ ਜਿੱਦਾਂ ਦਾ ਮੀਡੀਆ ਰਾਤ ਤੋਂ, ਜਿੰਨਾ ਸਾਡਾ ਕੌਮੀ ਮੀਡੀਆ, ਖਾਸ ਕਰਕੇ ਇਲੈਕਟ੍ਰੋਨਿਕ ਮੀਡੀਆ ਜਿਹਨੂੰ ਅਸੀਂ ਟੀਵੀ ਮਾਧਿਅਮ ਰਾਹੀਂ ਦੇਖਦੇ ਹਾਂ, ਸਾਰੇ ਨਹੀਂ, ਦੋ ਤਿੰਨ ਚੈਨਲ ਸਾਰੇ ਕਰੀਬ ਉਹਨਾਂ ਨੇ ਇੱਕ ਪੂਰਾ ਜ਼ੋਰ ਇਸ ਗੱਲ ਦੇ ਉੱਤੇ ਲਾਇਆ ਪਿਆ ਕਿ ਇਹ ਕਿਸੇ ਵੀ ਤਰੀਕੇ ਨਾਲ ਪਾਕਿਸਤਾਨ ਤੇ ਹਿੰਦੁਸਤਾਨ ਦੁਬਾਰਾ ਗੱਲ ਨਾ ਕਰ ਸਕਣ। ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਜਿਹੜਾ ਐਡਾ ਪਵਿੱਤਰ ਕਾਲ ਹੋਇਆ, ਗੁਰੂ ਨਾਨਕ ਸਾਹਿਬ ਦੀ ਕਿਰਪਾ ਹੋਈ ਹੈ, ਉਹਨੂੰ ਥੱਲੇ ਸੁੱਟ ਦਿੱਤਾ ਗਿਆ। ਉਹ ਕਿੱਧਰ ਗਿਆ, ਉਹ ਕਿੱਥੇ ਗਿਆ, ਕਿਸੇ ਨੂੰ ਕ੍ਰੈਡਿਟ ਦੇਣ ਦਾ ਯਤਨ ਕੀਤਾ ਗਿਆ। ਮੈਂ ਗੱਲ ਬੇਨਤੀ ਕਰਨੀ ਚਾਹੁੰਦਾ, ਜੇ ਯੂਰਪ ਆਪਣਾ ਬਿਜ਼ਨਸ ਚਲਾਉਣ ਲਈ, ਆਪਣੇ ਲੋਕਾਈ ਦਾ ਭਲਾ ਕਰਨ ਦੇ ਲਈ ਸਾਰੇ ਯੂਰਪੀਅਨ ਸੰਘ ਬਣਾ ਕੇ ਸ਼ੈਨਗਨ ਐਗਰੀਮੈਂਟ ਕਰ ਸਕਦੇ ਆ, ਤੇ ਸਾਡੇ ਮੂਹਰੇ ਅੱਜ ਇੱਕ ਮੌਕਾ ਆਇਆ। ਮੈਂ ਤਾਰੀਫ ਕਰਨੀ ਚਾਹੁੰਦਾ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ, ਜਿਨ੍ਹਾਂ ਨੇ ਕਿਹਾ ਕਿ ਜੇ ਬਰਲਿਨ ਦੀਵਾਰ ਢਹਿ ਸਕਦੀ ਹੈ ਤਾਂ ਕੀ ਨਹੀਂ ਹੋ ਸਕਦਾ। ਵਾਈਸ ਵਰਸਾ ਵਜ਼ੀਰ ਆਜ਼ਮ ਇਮਰਾਨ ਖਾਨ ਜਿਹੜੇ ਪਾਕਿਸਤਾਨ ਦੇ ਆ, ਉਹਨਾਂ ਨੇ ਵੀ ਕੱਲ੍ਹ ਜੋ ਬਿਆਨ ਦਿੱਤਾ ਕਿ ਜੇ ਫਰਾਂਸ ਤੇ ਜਰਮਨ ਇੱਕ ਹੋ ਸਕਦੇ ਤਾਂ ਅਸੀਂ ਕਿਉਂ ਨਹੀਂ। ਤੇ ਕੀ ਸ਼ੈਨਗਨ ਐਗਰੀਮੈਂਟ ਦੀ ਤਰਜ਼ ਦੇ ਉੱਤੇ ਕਰਤਾਰਪੁਰ ਸਾਹਿਬ ਕੋਈ ਐਗਰੀਮੈਂਟ ਇਸ ਤਰੀਕੇ ਦਾ ਨਹੀਂ ਬਣ ਸਕਦਾ, ਲਾਂਘੇ ਦਾ ਐਗਰੀਮੈਂਟ, ਜਿਹਦੇ ਨਾਲ ਸਾਡੇ ਦੋਵੇਂ ਮੁਲਕ ਨਹੀਂ, ਇਧਰਲਾ ਸਾਡਾ ਸਾਰਾ ਹੀ ਇੱਕ ਤਜਾਰਤੀ ਵਪਾਰ ਬਣ ਸਕੇ। ਅਸੀਂ ਕਿਉਂ ਪਿਛਲੇ ਉਸ ਪਾਸਟ ਨੂੰ ਲੈ ਕੇ ਅਸੀਂ ਅੱਜ ਨਿੰਦਣ ਲੱਗੇ ਹੋਏ ਹਾਂ ਔਰ ਆਪਣੇ ਬੱਚਿਆਂ ਦਾ ਫਿਊਚਰ ਵੀ ਖਰਾਬ ਕਰਨ ਲੱਗੇ ਹੋਏ ਹਾਂ। ਬਹੁਤ ਵਧੀਆ ਤੁਹਾਡਾ ਸੁਜੈਸ਼ਨ ਹੈ ਜੀ। ਬਲੀਅਲ ਸਾਹਿਬ ਥੋੜੀ ਟਿੱਪਣੀ, ਜਿਹੜੀ ਗੱਲ ਇਹਨਾਂ ਨੇ ਵੀ ਜ਼ਿਕਰ ਕੀਤਾ, ਦੋਵੇਂ ਮੁਲਕਾਂ ਦੇ ਪ੍ਰਧਾਨ ਮੰਤਰੀਆਂ ਦਾ ਭਾਸ਼ਣ ਸੀ। ਨਰਿੰਦਰ ਮੋਦੀ ਉਹਨਾਂ ਦਾ ਭਾਸ਼ਣ ਪਹਿਲਾਂ ਹੋਇਆ, ਹਾਲਾਂਕਿ ਉਹਨਾਂ ਦਾ ਗੁਰਪੁਰਬ ਵਾਲੇ ਦਿਨ ਦਿੱਲੀ ਦੇ ਵਿੱਚ ਉਹਨਾਂ ਦਾ ਭਾਸ਼ਣ ਸੀ, ਲੇਕਿਨ ਕਿਉਂਕਿ ਕਰਤਾਰਪੁਰ ਸਾਹਿਬ ਦੇ ਕੋਰੀਡੋਰ ਦੀ ਗੱਲ ਉਸ ਦਿਨ ਮੋਦੀ ਸਾਹਿਬ ਨੇ ਵੀ ਕੀਤੀ ਹੈ, ਔਰ ਜੋ ਗੱਲ ਇਮਰਾਨ ਖਾਨ ਨੇ ਕੀਤੀ ਹੈ, ਇਹਦੇ ਤੇ ਤੁਰੰਤ ਰਿਐਕਸ਼ਨ ਬੀਬੀ ਹਰਸਿਮਰਤ ਕੌਰ ਬਾਦਲ ਦਾ ਆ ਗਿਆ। ਇਹ ਕਾਲਪਨਾ ਹੋ ਗਿਆ ਜਾਂ ਸਾਨੂੰ ਹਜੇ ਵੀ ਇਮਰਾਨ ਖਾਨ ਦੇ ਸੱਦੇ ਤੇ ਵੀ ਬਹੁਤ ਸੰਜੀਦਗੀ ਦੇ ਨਾਲ ਸੋਚਣ ਦੀ ਲੋੜ ਹੈ ਸਾਡੇ ਦੇਸ਼ ਦੀ ਸਰਕਾਰ ਨੂੰ? ਪਹਿਲਾਂ ਤਾਂ ਇਸ ਮੁਬਾਰਕ ਦੇ ਉੱਤੇ ਜਿਹੜਾ ਦੋਨਾਂ ਦੇਸ਼ਾਂ ਵੱਲੋਂ ਹੋਇਆ, ਜਲਦੀ 'ਚ ਹੋਇਆ, ਮੈਂ ਨਹੀਂ ਜਲਦੀ 'ਚ ਮੰਨਦਾ, ਕਿਉਂਕਿ ਬਹੁਤ ਸਮਾਂ ਲੱਗ ਗਿਆ, ਪਰ ਜਦੋਂ ਸਕਰੀਨ ਤੇ ਆਇਆ ਤੇ ਉਹਨੂੰ ਬੜਾ ਜਲਦੀ ਲੱਗਿਆ। ਇਹ ਜਿਹੜੇ ਫੈਸਲੇ ਹੋਏ ਨੀਂਹ ਪੱਥਰ ਰੱਖੇ, ਮੈਂ ਤਾਂ ਉਸ ਅਕਾਲ ਪੁਰਖ ਗੁਰੂ ਨਾਨਕ ਪਾਤਸ਼ਾਹ ਦਾ ਬਹੁਤ ਹੀ ਸਤਿਕਾਰ ਨਾਲ ਅਭਿਨੰਦਨ ਕਰਦਾ ਕਿ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ। ਇਹ ਜਿਹੜੀ ਹੋਈ ਹੈ ਗੁਰੂ ਨਾਨਕ ਪਾਤਸ਼ਾਹ ਦੀ ਕਲਾ ਹੀ ਵਰਤੀ ਹੈ, ਜਦੋਂ ਕਿ ਸਾਡੇ ਹਾਲਾਤ ਦੋਨਾਂ ਮੁਲਕਾਂ ਦੇ ਇਸ ਤਰ੍ਹਾਂ ਦੇ ਬਣਿਆ ਵੀ ਅਸੀਂ ਇੱਕ ਦੂਜੇ ਨੂੰ ਦੇਖ ਕੇ ਪਿੱਠ ਮਰੋੜ ਲੈਂਦੇ ਹਾਂ, ਜਦੋਂ ਕਿ ਅਸੀਂ ਭਾਈ ਭਾਈ ਇਕੱਠੇ ਰਹੇ ਹਾਂ, ਪਹਿਲਾਂ ਇੱਕੋ ਮੁਲਕ ਰਿਹਾ। ਜਿੱਥੋਂ ਤੱਕ ਕੱਲ੍ਹ ਦੇ ਐਪੀਸੋਡ ਦਾ ਸਵਾਲ ਹੈ, ਉਸ ਦੇ ਵਿੱਚ ਦੁਖਾਂਤ ਰਿਹਾ ਇਸ ਗੱਲ ਦਾ ਵੀ ਅਸੀਂ ਪਿਛਲੇ ਜਿਹੜਾ ਸਾਡਾ ਇੱਥੇ ਹੋਇਆ ਸੀ ਉਹ ਤੋਂ ਸਬਕ ਨਹੀਂ ਸਿੱਖਿਆ ਜੀ। ਉਸ ਤੋਂ ਸਬਕ ਸਿੱਖ ਕੇ ਸਾਨੂੰ ਥੋੜ੍ਹਾ ਜਿਹਾ ਸਹਿਜ ਰੱਖਣਾ ਚਾਹੀਦਾ। ਰੱਖਿਆ ਗਿਆ ਪਰ ਉਹਨਾਂ ਨਹੀਂ ਰੱਖਿਆ ਗਿਆ ਜਿੰਨਾ ਰੱਖਣਾ ਚਾਹੀਦਾ ਸੀ। ਉਹਦੇ ਵਿੱਚ ਥੋੜ੍ਹੀ ਬਹੁਤੀ ਉਣਤਾਈ ਹੋਈ ਹੈ ਤੇ ਕੋਈ ਗੱਲ ਨਹੀਂ, ਮਾੜੀਆਂ ਮੋਟੀਆਂ ਹੋ ਜਾਂਦੀਆਂ। ਭੁੱਲਣ ਅੰਦਰ ਸਭ ਕੋ ਉਹ ਭੁੱਲ ਗੁਰੂ ਕਰਤਾਰ। ਗੁਰੂ ਨੇ ਜਿਹੜਾ ਆਪਦਾ ਕਾਰਜ ਕਰਾਇਆ ਇਹ ਪ੍ਰਸ਼ੰਸਾਯੋਗ ਆ ਦੋਨੇ ਮੁਲਕਾਂ ਲਈ, ਖਾਸ ਕਰਕੇ ਪੰਜਾਬ ਲਈ, ਕਿਉਂਕਿ ਪੰਜਾਬ ਦਾ ਭਵਿੱਖ ਖਾਸ ਕਰਕੇ ਪਾਕਿਸਤਾਨ ਦੇ ਕੈਰੀਡੋਰ ਨਾਲ ਬਹੁਤ ਜੁੜਿਆ ਹੋਇਆ ਹੈ। ਜੇ ਕੈਰੀਡੋਰ ਖੁੱਲ੍ਹਦਾ ਹੈ, ਸਾਡਾ ਵਪਾਰ ਵੱਧਦਾ ਹੈ, ਦੋਨਾਂ ਦੇਸ਼ਾਂ ਦੇ ਮੁਲਕਾਂ ਦੀ ਜਿਹੜੀ ਇਕਨੋਮੀ ਵੱਧ ਗਈ ਹੈ ਤੇ ਉਹਦੇ ਨਾਲ ਸਾਡੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮਿਲਦਾ ਹੈ ਤੇ ਦੋਨਾਂ ਮੁਲਕਾਂ ਦਾ ਇਹ ਸਹੀ ਫੈਸਲਾ। ਤੇ ਮੈਂ ਗੁਰੂ ਨਾਨਕ ਪਾਤਸ਼ਾਹ ਅੱਗੇ ਅਰਦਾਸ ਹੀ ਕਰੂੰ ਵੀ ਇਹਨੂੰ ਸਿਰੇ ਚੜ੍ਹਾ ਦਿਓ ਜੀ। ਇੱਕ ਹੋਰ ਬੜਾ ਪੱਖ ਅਹਿਮ ਹੈ ਜਿਹੜਾ ਉੱਭਰ ਕੇ ਆਉਂਦਾ ਹੈ ਕਰਨਲ ਸਾਹਿਬ, ਤੁਸੀਂ ਜੰਮੂ ਕਸ਼ਮੀਰ ਰਹੇ ਹੋ, ਕਰਤਾਰਪੁਰ ਦੇ ਲਾਂਘੇ ਨੂੰ ਆਧਾਰ ਬਣਾ ਕੇ ਬੀਜੇਪੀ ਦੇ ਇੱਕ ਦੋ ਕੌਮੀ ਲੀਡਰ ਨੇ ਉਹ ਸੁਰੱਖਿਆ ਤੇ ਸਾਡੇ ਮੁਲਕ ਦੀ ਚਿੰਤਾ ਖੜੀ ਕਰ ਰਹੇ ਕਿ ਅਗਰ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ ਗਿਆ ਤੇ ਪੰਜਾਬ ਖਿੱਤੇ ਤੇ ਸਾਨੂੰ ਫਿਰ ਖਤਰਾ ਖੜਾ ਹੋ ਸਕਦਾ ਹੈ। ਸੋ ਜੇ ਮੰਨ ਵੀ ਲਈਏ ਕਿ ਜੰਮੂ ਕਸ਼ਮੀਰ ਸਾਡਾ ਬਹੁਤ ਜ਼ਿਆਦਾ ਗੜਬੜ ਵਾਲਾ ਇਲਾਕਾ ਹੈ ਤੇ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਜ਼ਰੀਏ ਜਿਹੜੇ ਉਹ ਮਾੜੀ ਸੋਚ ਵਾਲੇ ਲੋਕ ਨੇ
ਉਹ ਕੋਈ ਨਾ ਕੋਈ ਮਾੜੀ ਯੋਜਨਾ ਬਣਾ ਸਕਦੇ ਨੇ। ਸਾਡੀ ਸੁਰੱਖਿਆ ਦੀ ਤਿਆਰੀ ਕਿੱਦਾਂ ਦੀ ਹੋਣੀ ਚਾਹੀਦੀ ਹੈ? ਕਿ ਸੁਰੱਖਿਆ ਦੀ ਲੇਅਰ ਸਖਤ ਕਰਨ ਲਈ ਜ਼ਰੂਰੀ ਨਹੀਂ ਹੈ ਕਿ ਦੋਵੇਂ ਮੁਲਕਾਂ ਦੀ ਆਪਸੀ ਗੱਲਬਾਤ ਹੋਵੇ, ਕਿ ਇਕੱਲੇ ਰਹਿ ਕੇ ਜੇ ਅਸੀਂ ਪਾਕਿਸਤਾਨ ਨਾਲ ਗੱਲਬਾਤ ਨਹੀਂ ਕਰਾਂਗੇ, ਜਿਵੇਂ ਬੀਬੀ ਸੁਸ਼ਮਾ ਸਵਰਾਜ ਦਾ ਬਿਆਨ ਆਇਆ ਕਿ ਅੱਤਵਾਦ ਤੇ ਗੱਲਬਾਤ ਇਕੱਠੇ ਨਹੀਂ ਚੱਲ ਸਕਦੇ, ਅਸੀਂ ਅੱਤਵਾਦ ਨੂੰ ਰੋਕਾਂਗੇ ਕਿਵੇਂ ਬਿਨਾਂ ਗੱਲਬਾਤ ਕੀਤੇ? ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਪਿਛਲੇ 2 ਦਿਨਾਂ 'ਚ 2 ਚੀਜ਼ਾਂ ਬੜੀਆਂ ਨਿੱਘਰ ਦੀਆਂ ਦੇਖੀਆਂ। ਇੱਕ ਪੱਤਰਕਾਰਾਂ ਦੇ ਜਿਹੜੇ ਬਿਆਨ ਨੇ ਬੜੇ ਨਿੱਘਰ ਦੀ ਦੇਖੇ, ਦੂਸਰਾ ਪੋਲੀਟੀਸ਼ੀਅਨਾਂ ਨੇ ਬੜੇ ਨਿੱਘਰ ਦਾ, ਉਹਨਾਂ ਪੋਲੀਟਿਕਸ ਦਾ ਮਿਆਰ ਬੜਾ ਨਿੱਘਰ ਦਾ ਦੇਖਿਆ। ਇਸ ਤੋਂ ਬਚਣਾ ਚਾਹੀਦਾ ਸੀ। ਜਦੋਂ ਅਸੀਂ ਬਾਹਰਲੇ ਕੰਟਰੀ 'ਚ ਗਏ ਹਾਂ ਤੇ ਇੱਕ ਕੰਟਰੀ ਨੂੰ ਰਿਪਰੈਜ਼ੈਂਟ ਕਰ ਰਹੇ ਹਾਂ, ਪਾਰਟੀ ਚਾਹੇ ਕੋਈ ਵੀ ਹੋਵੇ, ਸਾਨੂੰ ਉੱਥੇ ਰਲ ਮਿਲ ਕੇ ਇੱਕ ਚੰਗਾ ਸੰਦੇਸ਼ ਦੇਣਾ ਚਾਹੁੰਦਾ ਸੀ। ਜਿਹੜੀ ਗੱਲ ਹੈ, ਇੱਥੇ ਕੁਝ ਬੰਦੇ ਨੇ ਉਹ ਨਹੀਂ ਚਾਹੁੰਦੇ ਵੀ ਸਾਡੇ ਵਿਚਾਲੇ ਕੋਈ ਪ੍ਰੇਮ ਭਾਵ ਜਾਂ ਇਦਾਂ ਦੀਆਂ ਚੀਜ਼ਾਂ ਖੁੱਲਣ। ਉਹ ਕੌਣ ਨੇ? ਉਹ ਉਹੀ ਆਤੰਕਵਾਦ ਦੇ ਸਪੋਰਟਰ ਨੇ, ਚਾਹੇ ਉਹ ਪੰਜਾਬ ਦੇ ਹੋਣ, ਚਾਹੇ ਉਹ ਜੰਮੂ ਕਸ਼ਮੀਰ ਦੇ ਹੋਣ, ਕਿਉਂਕਿ ਉਹਨਾਂ ਦੀ ਰੋਜੀ ਰੋਟੀ ਖਤਮ ਹੋ ਜਾਣੀ ਆ। ਉਹਨਾਂ ਨੇ ਜਿਹੜੇ ਉੱਥੇ ਫਰਜ਼ੀ ਪੋਲੀਟੀਕਲ ਅਸਾਈਲਮ ਲੈਣੇ ਨੇ ਉਹ ਖਤਮ ਹੋ ਜਾਣੇ ਨੇ, ਤੇ ਉਹਨਾਂ ਦੀ ਜਿਹੜੀ ਫੰਡਿੰਗ ਹੈ ਇਸ ਇਸ਼ੂ ਤੇ ਵੀ ਸਾਡੇ ਨਾਲ ਜ਼ੁਲਮ ਹੋਇਆ, ਸਾਡੇ ਨਾਲ ਜ਼ੁਲਮ ਹੋਇਆ, ਚਾਹੇ ਉਹ ਕੋਈ ਵੀ ਤਬਕੇ ਦਾ ਹੋਵੇ, ਉਹ ਖਤਮ ਹੋ ਜਾਏਗਾ। ਬਾਕੀ ਸਿਕਿਉਰਿਟੀ ਦਾ ਜਿਹੜਾ ਤੁਸੀਂ ਇਸ਼ੂ ਗੱਲ ਕੀਤਾ ਹੈ, ਆਪਾਂ ਦੁਮੇਲ 'ਚ ਵੀ ਇੱਕ ਲਾਂਘਾ ਖੋਲ੍ਹਿਆ। ਫੋਰਚੂਨੇਟਲੀ ਮੈਂ ਉੱਥੇ ਵੀ ਕਨੈਕਟਡ ਸੀ। ਪਹਿਲਾਂ ਉਹ ਬ੍ਰਿਜ ਨਹੀਂ ਸੀ, ਏਰੀਆ ਉੱਥੇ ਮਾਈਨਾਂ ਲੱਗੀਆਂ ਹੋਈਆਂ ਸੀ। ਇਹ ਤਾਂ ਬਿਲਕੁਲ ਪਲੇਨ ਹੈ। 2.5-3 ਕਿਲੋਮੀਟਰ ਡੀ ਮਾਈਨਿੰਗ ਕਰਕੇ ਉੱਥੇ ਦੁਮੇਲ ਇੱਕ ਬ੍ਰਿਜ ਬਣਾਇਆ, ਜਿਸ ਤੋਂ ਅੱਜ ਬੱਸ ਜਾਂਦੀ, ਜੰਮੂ ਕਸ਼ਮੀਰ 'ਚ ਵੈਲੀ 'ਚ ਹੈ ਜੀ, ਹਾਂ ਵੈਲੀ 'ਚ ਹੈ। ਉੱਥੋਂ ਬੱਸ ਜਾਂਦੀ ਹੈ, ਵਪਾਰ ਵੀ ਹੁੰਦਾ, ਟਰੱਕ ਆਉਂਦੇ ਨੇ, ਸਾਰਾ ਕੁਝ ਨਾਰਮਲ ਚੱਲ ਰਿਹਾ। ਜਦੋਂ ਕਿ ਉੱਥੇ ਮਿਲੀਟੈਂਸੀ ਕਿਤੇ ਜ਼ਿਆਦਾ ਹੈ। ਲਾਂਘੇ ਖੋਲਣ ਨਾਲ ਕੋਈ ਮਿਲੀਟੈਂਸੀ ਨਹੀਂ ਵੱਧਦੀ। ਕਿਉਂਕਿ ਜਿਹੜੇ ਸਵਾਮੀ ਸਾਹਿਬ ਹੈ ਬੀਜੇਪੀ ਵਾਲੇ ਰਾਜ ਸਭਾ ਦੇ ਮੈਂਬਰ, ਉਹਨਾਂ ਨੇ ਕਿਹਾ ਵੀ ਮੈਂ ਚਿੰਤਾ ਪ੍ਰਗਟ ਕਰਦਾ ਸੁਰੱਖਿਆ ਨੂੰ ਖਤਰਾ ਹੋ ਸਕਦਾ। ਇਹ ਮੈਂ ਸਵਾਲ ਤਾਂ ਖੜਾ ਕੀਤਾ। ਚਿੰਤਾ ਉਹਨਾਂ ਨੂੰ ਨਹੀਂ, ਚਿੰਤਾ ਆਰਮੀ ਨੂੰ ਹੋਣੀ ਚਾਹੀਦੀ ਹੈ, BSF ਨੂੰ ਹੋਣੀ ਚਾਹੀਦੀ ਹੈ, ਜਿਨ੍ਹਾਂ ਨੇ ਬਾਰਡਰ ਮੈਨ ਕਰਨਾ ਹੈ। ਠੀਕ ਹੈ। ਔਰ ਜਦੋਂ ਤੱਕ ਪ੍ਰੋਪਰ ਮੈਨੂੰ ਨਿੱਜੀ ਤੌਰ ਤੇ ਕੋਈ ਚਿੰਤਾ ਨਹੀਂ, ਮੈਂ ਤਾਂ ਉਹਨਾਂ ਦੀ ਚਿੰਤਾ ਦਾ ਜਵਾਬ ਚਾਹੁੰਦਾ ਕਿ ਉਹਨਾਂ ਨੂੰ ਅਜਿਹੀ ਚਿੰਤਾ ਕਿਉਂ ਹੋ ਰਹੀ ਹੈ। ਉਹਨਾਂ ਦੀ ਚਿੰਤਾ ਬੇਸਿਕਲੀ ਇਹ ਹੈ ਵੀ ਉਹ ਹੁਣ BJP 'ਚ ਵੀ ਥੋੜੇ ਜਿਹੇ ਆਈਸੋਲੇਟਡ ਨੇ ਤੇ ਫੋਰਫਰੰਟ ਤੇ ਆਉਣਾ ਚਾਹੁੰਦੇ ਨੇ। ਕਈ ਹੋਰ ਸ਼ਿਵ ਸੈਨਾ ਵਾਲੇ ਵੀ ਇਦਾਂ ਦੇ ਬਿਆਨ ਦੇ ਕੇ, ਮਤਲਬ ਕਿ ਸੁਰੱਖਿਆ ਨੂੰ ਕੋਈ ਐਡਾ ਵੱਡਾ ਕੋਈ ਨਹੀਂ। ਸੁਰੱਖਿਆ ਦਾ ਜਦੋਂ ਤੱਕ ਪ੍ਰੋਸੀਜਰ ਪ੍ਰੋਪਰ ਫੋਲੋ ਹੋਊਗਾ, ਐਂਟਰੀ ਹੋਊਗੀ, ਬੰਦਿਆਂ ਦੀ ਅਕਾਊਂਟੇਬਿਲਟੀ ਹੋਊਗੀ, ਕੋਈ ਵੀ ਸਿਸਟਮ ਫੋਲੋ ਕਰ ਲਓ, ਕੀ ਪ੍ਰੋਬਲਮ ਹੈ? ਆਪਾਂ ਸਾਰੇ ਮੁਲਕਾਂ 'ਚ ਜਾਂਦੇ ਹਾਂ, ਉੱਥੇ ਪ੍ਰੋਪਰ 에ਅਰਪੋਰਟ ਤੇ ਚੈਕਿੰਗ ਹੁੰਦੀ ਹੈ, ਸਮਾਨ ਦੀ ਹੁੰਦੀ ਹੈ, ID ਦੀ ਹੁੰਦੀ ਹੈ। ਲੰਘਣ ਨਾਲ, ਆਉਣ ਜਾਣ ਨਾਲ ਸੁਰੱਖਿਆ ਕੋਈ ਮੁੱਦਾ ਨਹੀਂ ਹੈ। ਚਲੋ ਮੈਂ 2-4 ਹਾਂ ਪੱਖੀ ਹੁੰਗਾਰੇ ਵਾਲੀਆਂ ਖਬਰਾਂ ਵੀ ਨੇ ਉਹ ਵੀ ਕਰ ਲਾਂ। ਜਦੋਂ ਬੀਬਾ ਹਰਸਿਮਰਤ ਕੌਰ ਬਾਦਲ ਨੇ ਭਾਸ਼ਣ ਦਿੱਤਾ ਤੇ ਨਵਜੋਤ ਸਿੰਘ ਸਿੱਧੂ ਨੇ ਵੀ ਤਾੜੀਆਂ ਵਜਾਈਆਂ, ਇਹਦੇ ਤੇ ਟਿੱਪਣੀ ਜ਼ਰੂਰ ਲੈਣੀ। ਇਹਨੂੰ ਕਿਵੇਂ ਵੇਖੋਗੇ? ਦੂਸਰੇ ਮੁਲਕ 'ਚ ਨਵਜੋਤ ਸਿੱਧੂ ਤੇ ਹਰਸਿਮਰਤ ਕੌਰ ਬਾਦਲ ਸਟੇਜ ਤੇ ਹੈ, ਨਵਜੋਤ ਸਿੱਧੂ ਆਡੀਅנס ਬੈਠੇ ਨੇ। ਬੀਬੀ ਹਰਸਿਮਰਤ ਕੌਰ ਬਾਦਲ ਜਦੋਂ ਬੜੇ ਮਾਣ ਨਾਲ ਗੱਲ ਕਰ ਰਹੇ ਨੇ ਤੇ ਨਵਜੋਤ ਸਿੰਘ ਸਿੱਧੂ ਨੇ ਤਾੜੀ ਵਜਾਈ। ਇਹਦਾ ਮਤਲਬ ਜਿਹੜੀ ਕੜੱਤਣ ਹੈ ਉਹ ਟੈਂਪਰੇਰੀ ਹੈ, ਉਹ ਰਾਜਨੀਤਿਕ ਹੈ। ਜਦੋਂ ਗੱਲ ਮੁਲਕ ਦੀ ਆ ਜਾਂਦੀ ਹੈ ਤੇ ਭਾਵੇਂ ਸਿੱਧੂ ਹੈ ਤੇ ਭਾਵੇਂ ਹਰਸਿਮਰਤ ਹੈ, ਕਿਸੇ ਦੀ ਦੇਸ਼ ਭਗਤੀ ਤੇ ਤਾਂ ਸਵਾਲ ਹੈ ਨਹੀਂ। ਬਿਲਕੁਲ, ਜਿਹੜੀ ਤੁਸੀਂ ਗੱਲ ਕਹੀ ਹੈ, ਕਿਸੇ ਦੀ ਦੇਸ਼ ਭਗਤੀ ਤੇ ਕੋਈ ਸਵਾਲ ਨਹੀਂ ਹੈ, ਕਿਉਂਕਿ ਜਦੋਂ ਇੰਡੀਆ ਤੇ ਕੋਈ ਵੀ ਕਿਸੇ ਕੰਟਰੀ ਨੇ ਵੀ ਅੱਜ ਤੱਕ ਵੀ ਅੱਖਾਂ ਦਿਖਾਈਆਂ, ਭਾਰਤ ਦਿਖਾਇਆ ਕੋਈ ਵੀ, ਤਾਂ ਸਾਰਾ ਹਿੰਦੁਸਤਾਨ, ਚਾਹੇ ਉਹ ਨਾਰਥ ਹੈ, ਚਾਹੇ ਸਾਊਥ ਹੈ, ਚਾਹੇ ਵੈਸਟ ਹੈ, ਚਾਹੇ ਆਪਣਾ ਸੈਂਟਰ ਉੱਤਰੀ ਭਾਰਤ ਤੱਕ, ਜੋ ਵੀ ਹੈ, ਸਾਰੇ ਇੱਕਜੁੱਟ ਹੋ ਕੇ ਉਹਨੂੰ ਮੂੰਹ ਤੋੜ ਜਵਾਬ ਦਿੱਤਾ ਉਹਨਾਂ ਦੁਸ਼ਮਣਾਂ ਦਾ। ਤੁਸੀਂ ਦੇਸ਼ ਭਗਤੀ ਦੀ ਗੱਲ ਕੀਤੀ, ਮੈਂ ਕਿਹਾ ਦੇਸ਼ 'ਚ ਜਦੋਂ ਤੁਸੀਂ ਦੂਸਰੇ ਦੇਸ਼ 'ਚ ਜਾਂਦੇ ਹੋ, ਉਦੋਂ ਤੁਹਾਡਾ ਜਦੋਂ ਕੋਈ ਗੱਲ ਉਹ ਵੀ ਆਸਥਾ ਦੀ, ਧਰਮ ਦੇ ਨਾਂ ਤੇ ਜੁੜੀ ਹੁੰਦੀ ਆ, ਉਹ ਵੀ ਧਰਮ ਦੇ ਨਾਂ ਤੇ ਹੀ ਭਾਵੁਕ ਹੋ ਕੇ ਗੱਲ ਕਰ ਰਹੇ ਸੀ। ਉਹਨਾਂ ਦਾ ਭਾਸ਼ਣ ਵੀ ਅੱਛਾ ਲੱਗਿਆ। ਉਹਨਾਂ ਨੇ ਇਹ ਸਿਆਸਤ ਤੋਂ ਆਪਣੀ ਪਾਰਟੀ ਵਾਲੇ ਤੋਂ ਉੱਚੇ ਉੱਠ ਕੇ ਹੀ ਉੱਥੇ ਪਾਕਿਸਤਾਨ ਗਏ ਨੇ। ਇੱਕ ਫਰੈਂਡ ਦੇ ਤੌਰ ਤੇ ਇੱਕ ਸਪੋਰਟਸਮੈਨਸ਼ਿਪ ਦਿਖਾਈ ਸੀ, ਉਹਦੇ ਕਰਕੇ ਉਹ ਸੁਨੇਹੇ ਤੇ ਗਏ ਨੇ। ਔਰ ਸਾਫ਼ ਤੌਰ ਤੇ ਉਹ ਕਹਿੰਦੇ ਸੀ ਵੀ ਮੈਂ ਸਿਰਫ ਗਿਆ ਤੇ ਗਿਆ, ਗੁਰੂ ਦੀ ਆਗਿਆ ਹੋਈ ਹੈ ਔਰ ਮੇਰੇ ਫਰੈਂਡ ਨੇ ਮੈਨੂੰ ਬੁਲਾਇਆ, ਜਿਹੜਾ ਕਿ ਇਸ ਵੇਲੇ ਪ੍ਰਾਈਮ ਮਿਨਿਸਟਰ ਆਫ ਪਾਕਿਸਤਾਨ ਹੈ, ਇਸ ਕਰਕੇ ਮੈਂ ਗਿਆ। ਤਾਂ ਮੈਨੂੰ ਲੱਗਦਾ ਵੀ ਬਹੁਤ ਅੱਛੀ ਗੱਲ ਹੈ, ਦਰਿਆਦਰੀ ਦਿਖਾਈ ਹੈ ਸਿੱਧੂ ਨੇ। ਔਰ ਇੱਥੇ ਮੈਨੂੰ ਲੱਗਦਾ ਹਰਸਿਮਰਤ ਕੌਰ ਬੀਬੀ ਬਾਦਲ ਵੀ ਖੁਸ਼ ਹੋਣਗੇ ਕਿ ਮੇਰੀ ਜਿਹੜੀ ਹੈ ਇਸ ਤੀਰ ਤੇ ਸਿਆਸੀ ਤੌਰ ਤੇ ਤਾਂ ਆਪਸ ਚ ਕੜਤਨ ਹੋ ਸਕਦੀ ਹੈ, ਲੇਕਿਨ ਅੱਜ ਤਾਂ ਨਿੱਜੀ ਤੌਰ ਤੇ ਨਹੀਂ। ਸੁਖਬੀਰ ਬਾਦਲ ਨੇ ਦੇਖੀ ਨਹੀਂ ਹੋਣੀ, ਮੈਨੂੰ ਲੱਗਦਾ ਤੁਸੀਂ ਇਸ ਸ਼ੋਅ ਦੀ ਜਿਹੜਾ ਕਲਿੱਪ ਹੈ ਸੁਖਬੀਰ ਬਾਦਲ ਉਹਨਾਂ ਨੂੰ ਜ਼ਰੂਰ ਭੇਜਣਾ ਤੇ ਕਿਉਂਕਿ ਸੁਖਬੀਰ ਬਾਦਲ ਅੱਜ ਤੱਤਾ ਬਿਆਨ ਦੇ ਗਏ ਸਿੱਧੂ ਤੇ। ਦੇਖੋ, ਗੱਲ ਬਿਲਕੁਲ ਸਪਸ਼ਟ ਹੈ। ਜਿੱਥੋਂ ਤੱਕ ਸਿਧਾਂਤਕ ਰਾਜਨੀਤੀ ਦਾ ਸੰਬੰਧ ਹੈ, ਹਰੇਕ ਪਾਰਟੀ ਦੀ ਆਪਣੀ ਇੱਕ ਲਾਈਨ ਹੈ। ਜੇਕਰ ਉਹਨਾਂ ਨੂੰ ਲੱਗੂਗਾ ਕਿ ਉਹਨਾਂ ਦੀ ਲਾਈਨ ਕੋਈ ਦੂਸਰਾ ਕ੍ਰਾਸ ਕਰ ਰਿਹਾ ਤਾਂ ਫਿਰ ਉਹ ਰਾਜਨੀਤਿਕ ਵਿਰੋਧੀ ਹੈ। ਜਿੱਥੇ ਕਿਸੇ ਸਾਂਝਾ ਕਾਜ਼ ਹੈ ਜੀ, ਹੁਣ ਬੀਬਾ ਹਰਸਿਮਰਤ ਕੌਰ ਬਾਦਲ ਸਾਡੇ ਕੇਂਦਰੀ ਵਜ਼ੀਰ ਵੀ ਨੇ, ਉਹ ਸਾਡੇ ਹਿੰਦੁਸਤਾਨ ਨੂੰ ਵੀ ਰਿਪਰੈਜ਼ੈਂਟ ਕਰ ਰਹੇ ਆ, ਨਾਲ ਨਾਲ ਉਹ ਸਾਡੇ ਸਿੱਖ ਧਰਮ ਨੂੰ ਵੀ ਰਿਪਰੈਜ਼ੈਂਟ ਕਰ ਰਹੇ ਆ। ਤੇ ਉਹਨਾਂ ਦਾ ਸਪੀਚ ਦੇ ਮੌਕੇ ਉੱਥੇ ਭਾਵੁਕ ਹੋਣਾ, ਉਹ ਇਸ ਗੱਲ ਦਾ ਦਿਖਾਏਗਾ ਕਿ ਉਹ ਅੰਦਰੋਂ ਇੱਕ ਸੱਚੇ ਸਿੱਖ ਵੀ ਆ, ਪੰਜਾਬੀ ਵੀ ਨੇ।
ਤੇ ਜੇਕਰ ਦੋਵਾਂ ਨੇ ਉੱਥੇ ਆਪਸ 'ਚ ਚੰਗੀ ਗੱਲ ਕੀਤੀ ਹੈ ਤੇ ਉਹਦੀ ਰੈਸੀਪ੍ਰੋਕੇਸ਼ਨ ਕੀਤੀ ਜਾਣੀ, ਉਹ ਇੱਕ ਇਨਸਾਨੀ ਫਿਤਰਤ ਹੈ। ਬਟ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਜੇ ਦੋ ਸਕੇ ਭਰਾ ਲੜੇ ਹੋਣ ਨਾ ਤੇ ਉਹਨਾਂ ਦੀ ਦੁਸ਼ਮਣੀ ਵੀ ਦੇਖਣ ਵਾਲੀ ਹੁੰਦੀ ਆ, ਤੇ ਜਦੋਂ ਕੋਈ ਬਾਹਰਲੇ ਯਤਨ ਕਰਕੇ ਦੋ ਭਰਾਵਾਂ ਦੀ ਗਲਵਕੜੀ ਪਾ ਦੇਣ ਫਿਰ ਉਹਨਾਂ ਦਾ ਪਿਆਰ ਤੇ ਵਿਰਾਗ ਵੀ ਦੇਖਣ ਵਾਲਾ ਹੁੰਦਾ ਹੈ। ਸਾਡਾ ਜਦੋਂ ਵੀ ਹਿੰਦੁਸਤਾਨ ਦੀ ਕ੍ਰਿਕਟ ਟੀਮ ਤੇ ਪਾਕਿਸਤਾਨ ਕ੍ਰਿਕਟ ਟੀਮ ਦਾ ਮੈਚ ਚੱਲਦਾ ਹੈ, ਹੋਰ ਕਿਸੇ ਵੀ ਦੁਨੀਆ ਦੀ ਕੰਟਰੀ ਦਾ ਕੋਈ ਮੈਚ ਹੋਵੇ, ਸਾਡੀਆਂ ਸੜਕਾਂ ਸੁੰਨੀਆਂ ਨਹੀਂ ਹੁੰਦੀਆਂ। ਜਦੋਂ ਪਾਕਿਸਤਾਨ ਨਾਲ ਮੈਚ ਆ ਸੜਕਾਂ ਸੁੰਨੀਆਂ ਹੁੰਦੀਆਂ, ਕਿਉਂਕਿ ਦੁਨੀਆ ਤੇ ਦੇਸ਼ ਕੀ ਦੇਖਦੇ ਆ ਕਿ ਹੁਣ ਸਕੇ ਭਰਾ ਲੜਦੇ ਆ। ਹੈਗੇ ਤਾਂ ਸਕੇ ਭਰਾ ਹੀ ਆ ਨਾ, ਦੋਵੇਂ ਪਾਸੇ ਮਫਾਦ ਇਹੋ ਜਿਹੇ ਬਣ ਗਏ। ਕੁਝ ਬਾਹਰਲੇ ਮੁਲਕਾਂ ਨੇ ਸਾਨੂੰ ਲੜਾਤਾ, ਬਹੁਤ ਗੱਲਾਂ ਹੋ ਗਈਆਂ। ਮੈਂ ਕਰਨਲ ਸਾਹਿਬ ਦੀ ਗੱਲ ਨੂੰ ਸੈਕੰਡ ਕਰਦਾ ਕਿ ਜੇ ਸਾਡੇ ਲਾਂਘੇ ਖੁੱਲ੍ਹਦੇ ਆ, ਸਾਡੀ ਤਜਾਰਤ ਖੁੱਲ੍ਹਦੀ ਆ, ਇਹ ਦੇਰ ਸਵੇਰ ਸਾਡੀ ਕੜੱਤਣ ਘਟਾਉਂਦੀ ਹੈ। ਸਾਨੂੰ ਸਾਰਿਆਂ ਨੂੰ ਅੱਜ ਦੇ ਸਮੇਂ ਦੇ ਹਾਣੀ ਹੋ ਕੇ ਸੋਚਣਾ ਚਾਹੀਦਾ। ਮੈਂ ਦੁਬਾਰਾ ਇੱਕ ਬੇਨਤੀ ਕਰਨ ਲੱਗਿਆ, ਜਿੰਨੇ ਟੀਵੀ ਚੈਨਲ ਕੱਲ੍ਹ ਦੇ ਲੱਗੇ ਹੋਏ ਆ, ਉਹਨਾਂ ਨੂੰ ਲੱਗ ਰਿਹਾ ਕਿ ਉਹਦੀ TRP ਵੱਧ ਰਹੀ ਹੈ। ਤੁਸੀਂ ਉਹਨਾਂ ਟੀਵੀ ਚੈਨਲਸ ਨੂੰ ਕਹੋ ਤੁਸੀਂ ਸਾਡੇ ਸਕੂਲਾਂ 'ਚ ਜਾਓ, ਸਾਡੀ ਯੂਨੀਵਰਸਿਟੀ ਕਾਲਜ ਵਿੱਚ ਜਾਓ, ਸਾਡੇ ਅੱਜ ਦੇ ਬੱਚਿਆਂ ਤੇ ਯੰਗਸਟਰ ਨੂੰ ਪੁੱਛੋ ਉਹ ਦੋਨਾਂ 'ਚੋਂ ਲਾਈਕ ਕਿਸ ਗੱਲ ਨੂੰ ਕਰ ਰਹੇ ਆ। ਉਹ ਲਾਈਕ ਇਸ ਗੱਲ ਨੂੰ ਕਰ ਰਹੇ ਆ ਕਿ ਬੜੇ ਸਮੇਂ ਬਾਅਦ ਭਰਤ ਮਿਲਾਪ ਹੋਇਆ, ਗੁਰੂ ਨਾਨਕ ਪਾਤਸ਼ਾਹ ਕਿਰਪਾ ਹੋਈ ਆ, ਲਾਂਘਾ ਖੋਲਿਆ, ਸ਼ਾਇਦ ਅੱਗੇ ਤੁਰਾਂਗੇ। ਉਹ ਜੋ ਇਹ ਪ੍ਰਚਾਰ ਕਰਨਾ ਚਾਹੁੰਦੇ ਆ ਸਾਡੇ ਬੱਚੇ ਨੂੰ ਪਸੰਦ ਨਹੀਂ ਕਰਦੇ। ਨਹੀਂ ਕਰਨੇ। ਮੈਂ ਇੱਕ ਹੋਰ ਗੱਲ ਦੱਸਦਾ, ਜਨਰੇਸ਼ਨ ਦੇ ਹਾਣੀ ਹੋਈ ਹੈ। ਸਮੇਂ ਦੀ ਗੱਲ ਹੈ, ਵੀਡੀਓ ਤਾਂ ਨਹੀਂ ਹੈ। ਹੋ ਸਕਦਾ ਹੈ ਨਵਜੋਤ ਸਿੰਘ ਸਿੱਧੂ ਦੇ ਟੀਵੀ ਤੇ ਛੱਕੇ ਦੇਖ ਕੇ ਕ੍ਰਿਕਟ 'ਚ ਸੁਖਬੀਰ ਬਾਦਲ ਨੇ ਵੀ ਤਾੜੀਆਂ ਮਾਰੀਆਂ ਹੋਣ। ਸੋ ਸਮੇਂ ਦੀ ਗੱਲ ਹੈ। ਬਲੀਵਾਲ ਸਾਹਿਬ, ਨਵਜੋਤ ਸਿੰਘ ਸਿੱਧੂ ਦੇ ਬਾਰੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਦਾ ਜਿਹੜਾ ਬਿਆਨ ਆ ਗਿਆ ਕਿ ਮੈਂ ਸਲਾਹ ਦਿੱਤੀ ਸੀ ਜੇ ਨਾ ਜਾਇਆ ਜਾਵੇ, ਪਰ ਨਵਜੋਤ ਸਿੰਘ ਸਿੱਧੂ ਗਏ। ਕਾਂਗਰਸ 'ਚ ਨਵਜੋਤ ਸਿੰਘ ਸਿੱਧੂ ਦੇ ਇਸ ਦੌਰੇ ਨੂੰ ਆਮ ਲੀਡਰ ਨੇ ਜਿਹੜੇ ਉਹ ਕਿਵੇਂ ਦੇਖਦੇ ਨੇ? ਸਿੱਧੂ ਕੰਮ ਤਾਂ ਸਾਡੀ ਸਾਰਿਆਂ ਦੀ ਇੱਜ਼ਤ ਵਧਾਉਣ ਵਾਲੀ ਕਰਕੇ ਆਇਆ। ਦੇਖੋ, ਗੱਲ ਬੜੀ ਸਿੱਧੀ ਜੀ ਹੈ। ਰਾਜਨੀਤਿਕ ਦੇ ਤੌਰ ਤੇ ਦੋ ਗੱਲਾਂ ਬੜੀਆਂ ਕਲੀਅਰ ਹੁੰਦੀਆਂ। ਸੁਪਰਮੇਸੀ ਇੱਕ ਵੱਡੀ ਚੀਜ਼ ਹੁੰਦੀ ਹੈ, ਮੈਂ ਕੌੜਾ ਸੱਚ ਕਹਿ ਰਿਹਾ। ਹੁਣ ਉਹਦੇ ਵਿੱਚ ਇਹ ਹੈ ਵੀ ਕੈਪਟਨ ਸਾਹਿਬ ਆਰਮੀ ਦੇ ਕੈਪਟਨ ਵੀ ਰਹੇ ਨੇ, ਉਹ ਮੁੱਖ ਮੰਤਰੀ ਵੀ ਨੇ। ਉਹਨਾਂ ਦੀ ਸੋਚ ਦੋ ਗੱਲਾਂ ਨਾਲ ਖੜੀ ਹੈ। ਇੱਕ ਸੋਚ ਤਾਂ ਉਹਨਾਂ ਦੀ ਪੰਜਾਬ ਦੇ ਚੀਫ ਹੋਣ ਦੇ ਕਰਕੇ ਉਹਨਾਂ ਦੀ ਆਪਣੀ ਗੱਲ ਤੇ ਖੜੀ ਹੈ ਜੀ, ਤੇ ਦੂਜੀ ਗੱਲ ਉਹਨਾਂ ਦਾ ਹਿੰਦੁਸਤਾਨ ਦੇ ਫੌਜੀ ਹੋਣ ਕਰਕੇ ਉਹਨਾਂ ਦੀ ਆਰਮੀ ਨਾਲ ਜੁੜੀ ਹੋਈ ਗੱਲ ਵੀ ਹੈ, ਭਾਵੁਕਤਾ ਵੀ ਹੈ। ਕਿਉਂਕਿ ਜਿਹੜਾ ਸਰਹੱਦ ਤੇ ਜਾ ਕੇ ਜਿਹਨੇ ਇੱਕ ਇਲੈਕਸ਼ਨ ਲੜੀ ਹੋ, ਆਪਣੇ ਜੰਗ ਲੜੀ ਹੋਵੇ, ਤੇ ਉਸ ਜੰਗ ਦੇ ਦੇਖਦਾ ਤੇ ਉਹਦੀਆਂ ਆਪਣੇ ਵਿਊਜ਼ ਹੁੰਦੇ ਨੇ। ਹੁਣ ਜਿੱਥੋਂ ਤੱਕ ਇਹ ਸਵਾਲ ਹੈ ਕਿ ਕੈਪਟਨ ਸਾਹਿਬ ਨੇ ਕਹਿੰਦੇ ਮੈਂ ਰੋਕਿਆ ਹੋ ਗਿਆ, ਉਹ ਇੱਕ ਬਤੌਰ ਸਿੱਖ ਗਏ ਨੇ ਜੀ। ਕੈਪਟਨ ਸਾਹਿਬ ਵੀ ਜਾ ਕੇ ਆਏ ਨੇ ਜੀ, ਕਈ ਵਾਰੀ ਜਾਂਦੇ ਨੇ ਤੇ ਉਸ ਬਤੌਰ ਸਿੱਖ ਗਏ ਨੇ। ਉਹਨਾਂ ਨੇ ਇਹ ਕਿਹਾ ਜੀ ਵੀ ਸਰਕਾਰ ਚਾਹੁੰਦੀ ਹੈ ਜਾਂ ਨਹੀਂ ਚਾਹੁੰਦੀ, ਮੈਂ ਨਿੱਜੀ ਤੌਰ ਤੇ ਜਾਣਾ ਚਾਹੁੰਦਾ, ਤੇ ਕੈਪਟਨ ਸਾਹਿਬ ਨੇ ਉਹਨਾਂ ਨੂੰ ਇਜਾਜ਼ਤ ਦਿੱਤੀ ਵੀ ਜਾਓ। ਉਹ ਚਲੇ ਗਏ ਤੇ ਉਹ ਚੰਗੇ ਕਾਜ ਲਈ ਗਏ ਨੇ, ਚੰਗਾ ਕਾਜ ਕਰਕੇ ਆਏ ਆ। ਤੇ ਜੇ ਉੱਥੇ ਆਪਣਾ ਸਿੱਧੂ ਸਾਹਿਬ ਨਾ ਜਾਂਦੇ ਤਾਂ ਹੋ ਸਕਦਾ ਵੀ ਸ਼ਾਇਦ ਕਾਂਗਰਸ ਨੂੰ ਇਹ ਨਮੋਸ਼ੀ ਵੀ ਦੇਖਣੀ ਪੈਂਦੀ। ਜੀ, ਜਿੱਥੇ ਨੈਗੇਟਿਵ ਤੇ ਪੋਜ਼ਿਟਿਵ ਦੀ ਗੱਲ ਹੈ, ਇਹ ਦੋਨੇ ਗੱਲਾਂ ਨਾਲ ਚੱਲਦੀਆਂ ਨੇ। ਮੈਂ ਬੜਾ ਕਲੀਅਰ ਹੈ ਇਹਨਾਂ ਪਰ ਸਿੱਧੂ ਲੋਕਾਂ ਦਾ ਹੀਰੋ ਹੈ। ਮੈਂ ਬਹੁਤ ਸਾਰੇ ਲੋਕਾਂ ਨਾਲ ਗੱਲਬਾਤ ਕੀਤੀ, ਲੋਕਾਂ ਦੀ ਨਜ਼ਰ 'ਚ ਨਵਜੋਤ ਸਿੰਘ ਸਿੱਧੂ ਹੀਰੋ ਹੈ, ਕਾਂਗਰਸ ਦੀ ਨਜ਼ਰ 'ਚ ਵੀ ਹੀਰੋ ਹੈ। ਦੇਖੋ, ਗੱਲ ਇਹ ਹੈ ਵੀ ਮੈਨੂੰ ਇਹ ਦੁਬਤਾ 'ਚ ਨਾ ਪਾਓ, ਮੈਂ ਬੜਾ ਕਲੀਅਰ ਹਾਂ। ਲੀਡਰਸ਼ਿਪ ਹੁੰਦੀ ਹੈ। ਜਦੋਂ ਕੋਈ ਵੀ ਲੀਡਰਸ਼ਿਪ ਦੇ ਵਿੱਚ ਦੂਜੇ ਨੂੰ ਕ੍ਰਾਸ ਕਰਦਾ ਤੇ ਥੋੜੀ ਜਿਹੀ ਬਹੁਤੀ ਤਾਂ ਪ੍ਰੋਬਲਮ ਹੁੰਦੀ ਹੈ। ਇਹ ਇੱਕ ਬੜੀ ਕਲੀਅਰ ਜੀ ਗੱਲ ਹੈ। ਕਿਸੇ ਲਈ ਵੀ ਕੁਝ ਵੀ ਹੋ, ਮੈਂ ਕੌੜਾ ਸੱਚ ਬੋਲਣ ਤੋਂ ਰਹਿ ਨਹੀਂ ਸਕਦਾ। ਤੇ ਥੋੜੀਆਂ ਬਹੁਤੀਆਂ ਇਹ ਰਾਜਨੀਤਿਕ ਤੌਰ ਤੇ ਸਾਰੀਆਂ ਪਾਰਟੀਆਂ ਦੇ ਵਿੱਚ ਵੀ ਧੜੇਬੰਦੀਆਂ ਹੁੰਦੀਆਂ ਨੇ, ਗਰੁੱਪਿਜ਼ਮ ਹੁੰਦੇ ਨੇ, ਤੇ ਕਾਂਗਰਸ ਦੇ ਵਿੱਚ ਵੀ ਹੈਗੇ ਆ। ਪਰ ਜਿਸ ਬੰਦੇ ਦੀ ਕਾਬਲੀਅਤ ਇਸ ਤਰ੍ਹਾਂ ਦੀ ਹੁੰਦੀ ਹੈ ਤੇ ਉਹ ਬੰਦਾ ਪੁਸ਼ ਕਰ ਜਾਂਦਾ, ਤੇ ਉਹਦੇ ਪਿੱਛੇ ਇੱਕ ਵੱਡੀ ਬੈਕਗ੍ਰਾਉਂਡ ਵੀ ਹੁੰਦੀ ਹੈ ਜਿੱਥੇ ਗੁਰੂ ਦੀ ਬਖਸ਼ਿਸ਼ ਹੁੰਦੀ ਹੈ। ਜਿਵੇਂ ਪਿੱਪਲ ਬਾਰੇ ਕਹਿੰਦੇ ਆ ਵੀ ਕੰਧ ਪਾੜ ਕੇ ਨਿਕਲ ਆਉਂਦਾ ਪਿੱਪਲ, ਇਹ ਗੁਰੂ ਦੀ ਬਖਸ਼ਿਸ਼ ਵੀ ਹੈ। ਇਹ ਸਿਹਰਾ ਸਿੱਧੂ ਨੂੰ ਹੀ ਮਿਲਣਾ ਸੀ, ਇਸ ਤਰੀਕੇ ਨਾਲ ਮਿਲਣਾ ਸੀ। ਜੇ ਉਹ ਜੱਫੀ ਉੱਥੇ ਨਾ ਪਾਉਂਦਾ ਸ਼ਾਇਦ ਇਹ ਕੈਰੀਡੋਰ ਨਾ ਖੁੱਲਦਾ। ਨਹੀਂ, ਤੁਹਾਨੂੰ ਲੱਗਦਾ ਕਿ ਇਹਦੇ ਪਿੱਛੇ ਵੱਡਾ ਰੋਲ ਜੱਫੀ ਨੇ ਨਿਭਾਇਆ? ਜੱਫੀ ਨੇ ਨਿਭਾਇਆ, ਇੱਕ ਪ੍ਰਗਟ ਕੀਤਾ ਹੈ। ਇਹ ਦੋਨਾਂ ਦੇਸ਼ਾਂ ਦੇ ਵਿੱਚ ਇਹ ਗੱਲ ਚੱਲੀ, ਇਸ ਤੇ ਬਹੁਤ ਕੁਝ ਹੋਇਆ। ਤੇ ਦੂਜੀ ਹਾਲਾਤ ਇਹ ਵੀ ਹੈ, ਮੈਂ ਕਹਿਣ ਤੋਂ ਗੁਰੇਜ਼ ਨਹੀਂ ਕਰਦਾ, ਸਮੇਂ ਦੀ ਸਰਕਾਰ ਜਿਹੜੀ ਹੈ ਉਸ ਲਈ ਇੱਕ ਵੱਡਾ ਚੈਲੰਜੇਬਲ ਹੈ, ਕਿਉਂਕਿ 19 ਦੇ ਵਿੱਚ ਇਲੈਕਸ਼ਨਾਂ ਆ ਰਹੀਆਂ ਨੇ ਜੀ। ਉਹਨਾਂ ਨੇ 19 ਦੀਆਂ ਇਲੈਕਸ਼ਨਾਂ ਵਿੱਚ ਜਿੱਤਣ ਵਾਸਤੇ ਘੱਟ ਗਿਣਤੀਆਂ ਨੂੰ ਖੁਸ਼ ਕਰਨ ਦੇ ਉਹਨਾਂ ਨੇ ਸੋਰਸ ਕ੍ਰੀਏਟ ਕੀਤੇ ਹੋਏ ਨੇ,
ਤੇ ਉਹਦਾ ਇੱਕ ਹਿੱਸਾ ਵੀ ਇਹ ਹੈ ਕਿਉਂਕਿ ਪਹਿਲਾਂ ਕਦੋਂ ਤੋਂ ਰੈਜ਼ੋਲੂਸ਼ਨ ਹੁੰਦੇ ਚਲੋ ਮੈਂ ਕਦੋਂ ਤੋਂ ਅਰਦਾਸਾਂ ਤੁਸੀਂ ਮੈਂ ਇਸੇ ਹੁੰਦੀਆਂ ਸਵਾਲ ਨੇ। ਤੇ ਹੋਣਾ ਸੀ, ਤੁਸੀਂ ਸਵਾਲ ਪਹਿਲਾਂ ਮੇਰਾ ਲੈ ਲਿਆ। ਕਰਨਲ ਸਾਹਿਬ ਮੈਂ ਉਸੇ ਸਵਾਲ ਤੇ ਹੋਣਾਗਾ। ਬਹੁਤ ਲੋਕ ਇਹ ਮੰਨਦੇ ਨੇ ਕਿ ਬੀਜੇਪੀ ਦੇ ਲਈ ਇਹ ਬਹੁਤ ਵੱਡਾ ਏਜੰਡਾ ਹੈ। ਬੀਜੇਪੀ ਨੇ ਕੋਸ਼ਿਸ਼ ਕੀਤੀ ਬੀਬੀ ਹਰਸਿਮਰਤ ਨੂੰ ਭੇਜ ਦਈਏ, ਪੁਰੀ ਸਾਹਿਬ ਨੂੰ ਭੇਜ ਦਈਏ। ਪੁਰੀ ਸਾਹਿਬ ਬਾਰੇ ਵੀ ਚਰਚਾਵਾਂ ਨੇ ਕਿ ਉਹਨਾਂ ਨੂੰ ਵੀ ਭਾਜਪਾ ਅੰਮ੍ਰਿਤਸਰ ਤੋਂ ਲੜਾ ਸਕਦੀ ਹੈ ਕਿਉਂਕਿ ਜੇਟਲੀ ਸਾਹਿਬ ਸ਼ਾਇਦ ਐਤਕੀ ਨਾ ਲੜਨ, ਸਿਹਤ ਉਹਨਾਂ ਦੀ ਢਿੱਲੀ ਹੈ। ਬੀਬੀ ਸੁਸ਼ਮਾ ਨੇ ਵੀ ਮਨਾ ਕਰਤਾ, ਇਸੇ ਕਰਕੇ ਉਹਨਾਂ ਨੂੰ ਭੇਜਿਆ ਗਿਆ। ਔਰ ਹਰਸਿਮਰਤ ਨੂੰ ਤਾਂ ਭੇਜਿਆ ਗਿਆ ਕਿਉਂਕਿ ਸਿੱਖ ਸਿਆਸਤ ਬਾਦਲ ਪਰਿਵਾਰ ਦੇ, ਅਕਾਲੀ ਦਲ ਦੀ ਸਿਆਸਤ ਤਾਂ ਬਾਦਲ ਪਰਿਵਾਰ ਦੇ ਦੌਰੇ ਘੁੰਮਦੀ ਹੈ ਅੱਜ ਦੇ ਸਮੇਂ 'ਚ। ਰਾਜਨੀਤਿਕ ਤੌਰ ਤੇ ਬੀਜੇਪੀ ਨੂੰ ਇਸ ਮੁੱਦੇ ਨੂੰ ਨਫੇ ਨੁਕਸਾਨ ਦੇ ਤੌਰ ਤੇ ਦੇਖਣ ਦਾ ਕੀ ਨਤੀਜਾ ਰਹੂਗਾ? ਦੇਖੋ ਬੀਜੇਪੀ ਇਹਨੂੰ ਦੋਨੇ ਪਾਸੇ ਯੂਜ਼ ਕਰ ਰਹੀ ਹੈ। ਇੱਕ ਪਾਸੇ ਤਾਂ ਉਹ ਕਈ ਸਟੇਟਾਂ 'ਚ ਇਲੈਕਸ਼ਨ ਸੀ, ਉੱਥੇ ਇਹ ਨਹੀਂ ਚਾਹੁੰਦੀ ਸੀ ਵੀ ਅਸੀਂ ਤਾਂ ਪਾਕਿਸਤਾਨ ਨਾਲ ਗੱਲਬਾਤ ਕਰ ਰਹੇ ਹਾਂ ਤੇ ਸਾਡੀ ਫੋਰਨ ਮਿਨਿਸਟਰ ਉੱਧਰ ਜਾ ਰਹੀ ਹੈ, ਉੱਥੇ ਉਹਨਾਂ ਨੇ ਸੁਸ਼ਮਾ ਸਵਰਾਜ ਨੂੰ ਮਨਾ ਕਰਤਾ। ਦੂਸਰੇ ਪਾਸੇ ਉਹ ਲੋਕਾਂ ਨੂੰ ਖੁਸ਼ ਵੀ ਕਰਨਾ ਚਾਹੁੰਦੀ ਸੀ, ਮਿਨੋਰਟੀਜ਼ ਨੂੰ, ਵੀ ਨਹੀਂ ਜੀ ਤੁਸੀਂ ਸਿੱਖਾਂ ਦੇ ਨੁਮਾਇੰਦੇ ਹੋ, ਅਸੀਂ ਸਿੱਖਾਂ ਦੇ ਨਾਲ ਹਾਂ ਤੇ ਬੀਬੀ ਹਰਸਿਮਰਤ ਜਿਹੜੇ ਸਾਡੇ ਪਾਰਟਨਰ ਨੇ ਉਹ ਜਾਣਗੇ, ਤਾਂ ਕਿ ਇੱਥੇ ਵੀ ਇਹਨਾਂ ਦੀ ਪਾਰਟੀ ਨੂੰ ਉਭਾਰਿਆ ਜਾਵੇ ਕਿਉਂਕਿ ਉਹਦੇ 'ਚ ਵੀ ਉਹਨਾਂ ਦਾ ਬੀਜੇਪੀ ਦਾ ਫਾਇਦਾ, ਚਾਹੇ ਉਹ ਜਿਹੜੇ ਮੰਤਰੀ ਗਏ ਨੇ ਉਹ ਖਾਤੇ ਦਾ ਬੀਜੇਪੀ ਦੇ ਗਏ ਨੇ। ਹਾਂ, ਮੰਤਰੀ ਬੀਜੇਪੀ ਦੇ ਗਏ ਨੇ ਪਰ ਮੇਨ ਚਿਹਰਾ ਤਾਂ ਹਰਸਿਮਰਤ ਹੀ ਗਏ ਨੇ ਨਾ। ਮੇਨ ਤਾਂ ਉਹਨਾਂ ਨੇ ਇੱਕ ਪਾਸੇ ਜਿਹੜੀ ਮਿਨੋਰਟੀ ਵੋਟ ਨੂੰ ਵੀ, ਜਿਹੜੀ ਪੰਜਾਬ ਦੀ ਪੋਲਿਟਿਕਸ ਹੈ ਉਹਨੂੰ ਵੀ ਇਨਫਲੂਐਂਸ ਕੀਤਾ, ਦੂਜੇ ਪਾਸੇ ਨੈਸ਼ਨਲ ਲੈਵਲ ਤੇ ਜੀ। ਇਸੇ ਕਰਕੇ ਜਿਹੜਾ ਨੈਸ਼ਨਲ ਮੀਡੀਆ ਔਰ ਲੋਕਲ ਮੀਡੀਆ ਦਾ ਰਿਪੋਰਟਿੰਗ ਵੀ ਹੈ, ਚੈਨਲ ਉਹੀ ਨੇ ਜਿੱਦਾਂ ਮਾਲਕ ਉਹੀ ਹੈ, ਇੱਥੇ ਉਹ ਉਸ ਪੱਖ ਨੂੰ ਪੂਰ ਰਹੇ ਨੇ ਜਿੱਥੇ ਉਹਨਾਂ ਨੂੰ ਉਹ ਪੋਲਿਟਿਕਸ ਆਪਣੇ ਖੇਤਰ ਦਾ ਹਾਂ ਪ੍ਰਭਾਵ ਨੈਸ਼ਨਲ ਲੈਵਲ ਤੇ ਉਹ ਪੱਖ ਪੂਰ ਕਰ ਰਹੇ ਨੇ ਤੇ ਦੂਜੇ ਪਾਸੇ ਦਿਖਾਇਆ ਜਾਵੇ ਕਿ ਸਾਨੂੰ ਜੀ ਇਹ ਤਾਂ ਚੰਗੀ ਗੱਲ ਨਹੀਂ, ਏਦਾਂ ਕੀਤਾ ਉਹ ਹੋ ਗਿਆ। ਬਾਕੀ ਕਿਸੇ ਨੂੰ ਐਵੇਂ ਉਧਰ ਜਾਣ ਨਾਲ, ਕਿਸੇ ਦੇ ਨਾਲ ਬੈਠਣ ਨਾਲ ਇਹ ਥੋੜੀ ਕੋਈ ਗਦਾਰੀ ਹੁੰਦੀ ਹੈ। ਅੱਜ ਪੋਲੀਟੀਕਲ ਲੀਡਰ ਨੇ ਜਿਹੜੇ ਜਿੱਥੇ ਜਾਂਦੇ ਨੇ ਵਿਆਹ ਸ਼ਾਦੀ ਸਭ ਲੋਕ। ਮੈਂ ਸੋਖੀ ਸਾਹਿਬ ਕੋਲ ਜਾਊਂਗਾ, ਮੇਰਾ ਸਾਹਿਬ ਕੋਲ ਜਾਊਂਗਾ। ਸੋਖੀ ਸਾਹਿਬ, ਅਕਾਲੀ ਦਲ ਇਹ ਕਹਿ ਰਿਹਾ ਕਿ ਅਸੀਂ ਬੜੀ ਲੰਬੀ ਇਹ ਮੰਗ ਕਰ ਰਹੇ ਸੀ, ਅਸੀਂ ਪਿੱਛੇ ਜੇ ਮੀਟਿੰਗ ਹੋਈ, ਮੀਟਿੰਗ 'ਚ ਵੀ ਇਹ ਮੰਗ ਰੱਖੀ ਕਿ ਹਰ ਹਾਲਤ ਦੇ ਵਿੱਚ ਪਾਕਿਸਤਾਨ ਨਾਲ ਹੀ ਗੱਲ ਕਰਨੀ ਹੈ। ਅਕਾਲੀ ਦਲ ਦੇ ਮੁਤਾਬਕ ਤੁਸੀਂ ਇੱਕ ਵੱਡੀ ਮੰਗ ਪੂਰੀ ਕਰਤੀ। ਹੁਣ ਲੋਕ ਇਸ ਵੱਡੀ ਮੰਗ ਪੂਰੀ ਕਰਨ ਤੋਂ ਬਾਅਦ 2019 ਦੀਆਂ ਇਲੈਕਸ਼ਨਾਂ 'ਚ ਧੰਨਵਾਦ ਕਰਨਗੇ ਵੋਟ ਦੇ ਰੂਪ 'ਚ ਮੋਦੀ ਸਾਹਿਬ ਦਾ ਜਾਂ ਤੁਹਾਡਾ, ਜਾਂ ਧੰਨਵਾਦ ਜ਼ਿਆਦਾ ਹੋਣਾ ਕਿਹਦਾ ਜਾਂ ਸਿੱਧੂ ਦਾ ਜ਼ਿਆਦਾ ਧੰਨਵਾਦ ਲੈ ਜਾ। ਵਕਤ ਦੇ ਗਰਭ ਦੇ ਵਿੱਚ ਕੀ ਲੁਕਿਆ ਹੋਇਆ ਕਿਸੇ ਨੂੰ ਨਹੀਂ ਪਤਾ। ਜਦੋਂ ਵਾਜਪਾਈ ਸਾਹਿਬ ਲਾਹੌਰ ਬੱਸ ਲੈ ਕੇ ਗਏ ਆ, ਵਾਜਪਾਈ ਸਾਹਿਬ ਨੇ ਉੱਥੇ ਕਵਿਤਾ ਵੀ ਪੜ੍ਹੀ ਕਿ ਜੰਗ ਨਹੀਂ ਹੋਣੇ ਦੂੰਗਾ। ਜੋ ਗੱਲਾਂ ਅੱਜ ਕਹੀਆਂ ਗਈਆਂ ਕਿ ਨਵਜੋਤ ਸਿੱਧੂ ਪਾਕਿਸਤਾਨ ਚੋਂ ਕਿਤੋਂ ਵੀ ਇਲੈਕਸ਼ਨ ਲੜ ਲੈਣ, ਜਿੱਤ ਜਾਣਗੇ, ਨਹੀਂ ਪਰ ਜੰਗ ਵਾਲੀ ਸੰਭਾਵਨਾ ਤਾਂ ਖਤਮ ਕਰਦੀ ਇਮਰਾਨ ਖਾਨ ਸਾਹਿਬ ਨੇ। ਉਦੋਂ ਕਹਿੰਦੇ ਜੰਗਾਂ ਦੀ ਲੋੜ ਨਹੀਂ, ਸਾਡਾ ਕੁਝ ਨਹੀਂ। ਵਾਜਪਾਈ ਸਾਹਿਬ ਬਾਰੇ ਵੀ ਉਦੋਂ ਇਹ ਗੱਲ ਕਹੀ ਗਈ ਕਿ ਜੇ ਵਾਜਪਾਈ ਸਾਹਿਬ ਅੱਜ ਇੱਥੋਂ ਪਾਕਿਸਤਾਨ ਤੋਂ ਇਲੈਕਸ਼ਨ ਲੜ ਲੈਣ ਤਾਂ ਜਿੱਤ ਲੈਣਗੇ। ਇਹ ਸਮੇਂ ਦੀਆਂ ਗੱਲਾਂ ਨੇ, ਵਕਤ ਬਹੁਤ ਕੁਝ ਚੇਂਜ ਕਰਵਾ ਦਿੰਦਾ। ਜਿਹੜਾ ਤਾਂ ਹੈਗਾ ਅਸਲ ਸਿਹਰਾ ਉਹ ਹੈਗਾ ਸਿੱਖ ਆਵਾਮ ਨੂੰ, ਜਿਹੜਾ ਆਪਣੇ ਜਨਮ ਦੇ ਨਾਲ ਹੀ ਅਰਦਾਸ ਕਰਨੀ ਸ਼ੁਰੂ ਕਰਦਾ ਸੀ। ਵਡਾਲਾ ਸਾਹਿਬ ਖਾਸ ਤੌਰ ਵਡਾਲਾ ਸਾਹਿਬ ਨੇ ਕੀਤੀ, ਆਪਣੇ ਸਰਦਾਰ ਬਰਜਿੰਦਰ ਸਿੰਘ ਹਮਦਰਦ ਉਹਨਾਂ ਨੇ ਲੜੀ ਸ਼ੁਰੂ ਕੀਤੀ। ਸਾਡੇ ਇੱਕ ਨੌਜਵਾਨ ਮੈਂ ਇਹਦੇ ਵਿੱਚ ਇੱਕ ਸ਼ੇਅਰ ਕਰਨੀ ਤੋਂ ਬਾਅਦ ਆਪਣਾ ਜਿੰਨੇ ਸਾਡੇ ਅਦੀਬ ਨੇ, ਜਿੰਨੇ ਸਾਡੇ ਲਿਖਾਰੀ ਨੇ, ਤੁਸੀਂ ਸਾਡੇ ਲਿਖਾਰੀਆਂ ਨੂੰ, ਸਾਡੇ ਅਦੀਬ ਨੂੰ, ਸਾਡੇ ਜਿਹੜੇ ਸ਼ਾਇਰ ਨੇ, ਉਹਨਾਂ ਦਾ ਮਨ ਅੱਜ ਪੁੱਛ ਕੇ ਦੇਖੋ। ਉਹ ਤਾਂ ਉਹ ਰੋ ਕੇ ਦੁਆਵਾਂ ਕਰ ਰਿਹਾ ਕਿ ਸਾਡੀ ਅਰਦਾਸ ਕਬੂਲ ਹੋਈ ਆ। ਅਸੀਂ ਠੀਕ ਆ ਪੋਲੀਟੀਕਲ ਲੋਕ ਸਿਆਸੀ ਤੌਰ ਤੇ ਕਿਸੇ ਨਾ ਕਿਸੇ ਨੂੰ ਕ੍ਰੈਡਿਟ ਦੇਣ ਲੱਗੇ ਹੋਏ ਆ, ਤੇ ਅਸੀਂ ਕ੍ਰੈਡਿਟ ਦੇ ਵਾਈਸ ਵਰਸਾ ਇਹ ਵੀ ਚਾਹੁੰਦੇ ਆ ਕਿ ਕਿਸੇ ਨਾ ਕਿਸੇ ਨੂੰ ਕੋਈ 19 ਚ ਨਵਾਜ਼ ਦੇਵੇ। ਕੋਈ ਬੀਜੇਪੀ ਤੇ ਸ਼ੰਕਾ ਕਰ ਰਿਹਾ, ਜਿਹੜਾ ਵਿਰੋਧੀ ਮੀਡੀਆ ਚੈਨਲ ਹੈ ਉਹ ਸ਼ੰਕਾ ਇਸ ਗੱਲ ਤੇ ਕਰਨੀ ਸ਼ੁਰੂ ਕਰਤੀ ਕਿ ਸਾਡੀ ਤਾਂ ਸਿਕਿਉਰਿਟੀ ਨਹੀਂ ਖਤਰਾ ਖੜਾ ਹੋ ਜਾਊਗਾ। ਲੇਕਿਨ ਇਹ ਸਾਰੀਆਂ ਗੱਲਾਂ ਤੋਂ ਇਲਾਵਾ ਸਾਨੂੰ ਸਾਰਿਆਂ ਨੂੰ ਸਾਂਝੇ ਤੌਰ ਤੇ ਇੱਕ ਗੱਲ ਲੈ ਕੇ ਚੱਲਣੀ ਚਾਹੀਦੀ ਹੈ ਕਿ ਸਾਨੂੰ ਭਵਿੱਖ ਦੇ ਵਿੱਚ ਕੀ ਮਿਲ ਰਿਹਾ। ਜੇ ਅਸੀਂ ਉਹਨੂੰ ਥੋੜਾ ਆਪਟੀਮਿਸਟਿਕ ਹੋ ਕੇ ਔਰ ਪ੍ਰੋਗਰੈਸਿਵ ਅਪਰੋਚ ਲੈ ਕੇ ਚੱਲੀਏ ਤਾਂ ਇਹ ਲੱਗਦਾ ਕਿ ਦੋਵੇਂ ਦੇਸ਼ਾਂ ਦੇ ਆਉਣ ਵਾਲੇ ਜਨਰੇਸ਼ਨ ਦੇ ਹਿੱਤ ਦੀ ਗੱਲ ਹੋਈ ਆ। 19 ਚ ਕੀ ਹੋਣਾ, ਇਲੈਕਸ਼ਨ ਕੀ ਨੇ ਲੜਨੀਆਂ, ਕਿੱਥੋਂ ਕੀ ਲੜਨੀਆਂ, ਮੈਂ ਸਮਝਦਾ ਗੌਣ ਗੱਲਾਂ ਨੇ, ਛੋਟੀਆਂ ਗੱਲਾਂ ਨੇ। ਇਹਦੇ ਜਿਹੜੇ ਦੂਰ ਰਸ ਪ੍ਰਭਾਵ ਪੈਣੇ ਆ, ਕੋਈ ਸ਼ੱਕ ਨਹੀਂ। ਸਾਨੂੰ ਆਪਣੇ ਬਾਰਡਰਸ ਦੀ ਜਿਹੜੀ ਰਾਖੀ ਆ ਉਹ ਪ੍ਰੋਪਰ ਕਰਨੀ ਬਣਦੀ ਆ ਔਰ ਸਾਡੀ ਫੌਜ ਸਮਰੱਥਾ ਕਰ ਰਹੀ ਹੈ। ਸਾਡੀਆਂ ਸਰਕਾਰਾਂ ਸਮਰੱਥ ਨੇ। ਜੇ ਵਿਰੋਧੀ ਮੁਲਕਾਂ ਦੀ ਸਰਕਾਰਾਂ ਸਮਰੱਥ ਆ ਤਾਂ ਸਾਡੀਆਂ ਸਰਕਾਰਾਂ ਵੀ ਸਮਰੱਥ ਨੇ, ਅਸੀਂ ਕਰ ਰਹੇ ਹਾਂ। ਲੇਕਿਨ ਸਮੇਂ ਨੇ ਸਾਨੂੰ ਕੀ ਦਿੱਤਾ ਹੈ, ਅਸੀਂ ਉਹਦੀ ਉਚਾਈ ਤੱਕ ਤਾਂ ਪਹੁੰਚ ਜਾਈਏ। ਅਸੀਂ ਤਾਂ ਉਹੀ ਗੱਲ, ਹਰ ਗੱਲ ਜੇ ਕਹਿੰਦਾ ਘਰੋਂ ਨਿਕਲਣ ਆਇਆ, लोग हर मोड़ पर डर डर कर चलते क्यों हैं, इतना डरते हैं तो घर से निकलते क्यों हैं।
ਜਗਜੀਤ ਦੀ ਉਹ ਮੈਨੂੰ ਗਜ਼ਲ ਯਾਦ ਆ ਗਈ, ਪਰ ਤੁਸੀਂ ਅਸੀਂ ਸੁਣਾਈ ਉਹ ਹਿੰਦੀ ਕਰਨਾ ਚ ਸ਼ੁਰੂ ਵਧੀਆ। ਕਰ ਦਿੱਤਾ। ਮੈਂ ਇੱਕ ਸ਼ੇਅਰ ਕਰਨੀ ਚਾਹੁੰਦਾ ਇਹਦੇ ਜੀ, ਵਿੱਚ, ਜੀ। ਜਿਹੜੀ ਅਰਦਾਸ ਦੀ ਗੱਲ ਚੱਲੀ ਹੈ 18 ਸਾਲ ਪਹਿਲਾਂ ਅਰਦਾਸ ਤਾਂ ਕਰਤਾਰਪੁਰ ਸਾਹਿਬ ਵਾਸਤੇ ਸ਼ੁਰੂ ਹੋਈ ਸੀ ਕੁਲਦੀਪ ਸਿੰਘ ਬੜਾਲੇ ਦੀ। ਸੰਭਾਲਾ ਨੇ ਕੀਤੀ ਸੀ। ਪਰ ਜਦੋਂ ਪੰਥਕ ਰਹਿਤ ਮਰਿਆਦਾ ਬਣੀ ਆ 47 ਤੋਂ ਬਾਅਦ, ਉਹਨੂੰ ਤਕਰੀਬਨ 12 ਸਾਲ ਲੱਗੇ ਸੀ ਜੀ ਬਣਾਉਣ ਵਾਸਤੇ, ਤੇ 12 ਕੁਇੰਟਲ ਹੀ ਉਹਦਾ ਵਜਨ ਸੀ। ਜੀ ਤੇ ਉਹਦੇ ਵਿੱਚ ਜਿਹੜੀ ਅਰਦਾਸ ਦੀ ਪਰਿਭਾਸ਼ਾ ਜਦੋਂ ਸ਼ੁਰੂ ਕੀਤੀ ਗਈ ਸੀ, ਉਹਦੇ ਵਿੱਚ ਸਪੈਸ਼ਲ ਸਾਡੇ ਸਿੱਖ ਸਕਾਲਰਾਂ ਨੇ ਇਹ ਗੱਲ ਪਾਈ ਸੀ ਵੀ ਜਿਨ੍ਹਾਂ ਧਾਰਮਿਕ ਸਥਾਨਾਂ ਨੂੰ ਨਨਕਾਣਾ ਸਾਹਿਬ ਦਾ ਨਾਂ ਲਿਆ ਤੇ ਹੋਰ ਜਿੰਨੇ ਸਾਡੇ ਧਾਰਮਿਕ ਸਥਾਨ ਆ, ਉਹਨਾਂ ਨੂੰ ਵਿਛੋੜਿਆ ਗਿਆ। ਸਿੱਖ ਪੰਥ ਨੂੰ ਖੁੱਲ੍ਹੇ ਦਰਸ਼ਨ ਦਿਦਾਰੇ ਦਾ ਮਾਣ ਬਖਸ਼ੋ। ਤੇ ਉਹ ਅਰਦਾਸਾਂ ਹਰ ਘਰ 'ਚ ਹੁੰਦੀਆਂ ਹਰ ਨੇ, ਘਰ ਚ ਤੇ ਉਹ ਗੁਰਦੁਆਰਿਆਂ 'ਚ ਵੀ ਹੁੰਦੀਆਂ ਨੇ, ਜੀ, ਤੇ ਜਿੱਥੇ ਕੋਈ ਸਮਾਗਮ ਵੀ ਹੁੰਦਾ ਹੈ ਉੱਥੇ ਵੀ ਹੁੰਦੀ ਹੈ। ਉੱਥੇ ਵੀ ਹੁੰਦੀਆਂ ਨੇ। ਤੇ ਉਸ ਅਰਦਾਸਾਂ ਦੇ ਵਿੱਚ ਜੁੜੇ ਹੋਏ ਜਿਹੜੇ ਭਾਵਨਾ ਵਾਲੇ ਕਿਸੇ ਸੱਜਣ ਦੀ ਵੀ ਨੇ, ਭਾਵਨਾ ਨੂੰ ਅਸੀਂ ਸਾਰਿਆਂ ਲਾਂਭੇ ਨਹੀਂ ਦੀਆਂ ਕਰ ਸਕਦੇ। ਉਹਨਾਂ ਦੀਆਂ ਅਰਦਾਸਾਂ ਤੇ ਜਿਹੜਾ ਗੁਰੂ ਨਾਨਕ ਪਾਤਸ਼ਾਹ ਨੇ ਫੁੱਲ ਚੜ੍ਹਾਏ। ਬਹੁਤ ਫੁੱਲ ਚਲੋ ਚੜ੍ਹਾਏ। ਸੋ ਮੁਸ਼ਰਫ ਜੀ। ਤੇ ਮੈਂ ਇਹ ਜਿਹੜੇ ਲਾਂਘੇ ਦੀ ਗੱਲ ਹੈ ਮੁਸ਼ਰਫ ਦੇ ਟਾਈਮ ਵੀ ਹੋਈ ਸੀ, ਬਲਕਿ ਮੁਸ਼ਰਫ ਨੇ ਬਜਟ ਵੀ ਅਲਾਟ ਕਰਤਾ ਸੀ ਉਸ ਵੇਲੇ, ਕੁਝ ਰਸਤੇ ਦਾ ਕੰਮ ਵੀ ਹੋਇਆ। ਪਰ ਫਰਕ ਇਹ ਸੀ ਵੀ ਮੁਸ਼ਰਫ ਇੱਕ ਮਿਲਟਰੀ ਲੀਡਰ ਸੀ, ਉਹਨਾਂ ਦਾ ਏਮ ਹੋਰ ਸੀ। ਹੁਣ ਉਹ ਗੱਲ ਨਹੀਂ ਹੈ, ਡੈਮੋਕ੍ਰੇਟਲੀ ਇਲੈਕਟਡ ਲੀਡਰ ਨੇ, ਹੋ ਸਕਦਾ ਮਿਲਟਰੀ ਬੈਕਅਪ ਤੇ, ਪਰ ਉਹ ਚਿਹਰਾ ਇੱਕ ਡਿਫਰੈਂਟ। ਮਿਲਟਰੀ ਬੈਕਅਪ ਤੇ ਹੋਵੇ ਵੀ ਕਿਸੇ ਮੁਲਕ ਦੀ ਕੀ ਇਤਰਾਜ਼ ਹੈ? ਮੈਂ- ਕੋਈ ਇਤਰਾਜ਼ ਨਹੀਂ ਹੈ, ਮੈਂ- ਜਿੰਨਾ ਚਿਰ ਅਸੀਂ ਵੀ ਆਪਣੀ ਮਿਲਟਰੀ ਦੇ ਬੈਕਅਪ ਤੇ ਹਾਂ, ਪਰ ਹੁਣ ਤਾਂ ਪਹਿਲ ਇਮਰਾਨ ਦੀ ਹੈ, ਨਹੀਂ, ਇਹ ਬਿਲਕੁਲ। ਮੰਨਿਆ ਜਾਵੇ। ਮੰਗ ਸਾਡੀ ਹੈ ਪਰ ਪਹਿਲ ਇਮਰਾਨ ਦੀ ਹੈ। ਪਹਿਲ ਇਮਰਾਨ ਦੀ ਨੋ ਡਾਊਟ 100%। ਠੀਕ ਹੈ, 100% ਆਪਾਂ ਉਹਨਾਂ ਨੂੰ ਕ੍ਰੈਡਿਟ ਦੇਣਾ ਵੀ ਚਾਹੀਦਾ, ਚੰਗੀ ਗੱਲ ਹੈ। 100% ਪਹਿਲ ਉਹਨਾਂ ਦੀ ਹੈ, ਨਾਲ ਦੀ ਨਾਲ ਸਾਡੀ ਗਵਰਨਮੈਂਟ ਦੀ ਵੀ ਪਹਿਲ ਹੈ। ਜੀ। ਹੁਣ ਦੋਨੇ ਗਵਰਨਮੈਂਟਾਂ ਦੀ ਪਹਿਲ ਹੈ, ਤੇ ਸਿੱਧੂ ਸਾਹਿਬ ਜ਼ਰੂਰ ਇੱਕ ਉੱਭਰ ਕੇ ਇਸ ਚੀਜ਼ 'ਚ ਸਾਹਮਣੇ ਆਏ ਨੇ। ਕ੍ਰੈਡਿਟ ਸਭ ਤੋਂ ਵੱਧ, ਜਿਹੜੀ ਤੁਸੀਂ ਕ੍ਰੈਡਿਟ ਦੀ ਗੱਲ ਕਰਦੇ ਆ, ਨੋ ਡਾਊਟ ਸਿੱਧੂ ਸਾਹਿਬ ਨੂੰ ਮਿਲੇਗਾ, ਪਰ ਅਗਲੀਆਂ ਇਲੈਕਸ਼ਨਾਂ ਤੱਕ ਸਿੱਧੂ ਸਾਹਿਬ ਕਿਹੜੀ ਪਾਰਟੀ 'ਚ ਹੋਣਗੇ ਇਹ ਹਜੇ ਕਹਿਣਾ ਮੁਸ਼ਕਲ ਹੈ। ਚਲੋ, ਪਰ ਸਿੱਧੂ ਸਾਹਿਬ ਕਹਿੰਦੇ ਹੁਣ ਮੈਂ ਕਾਂਗਰਸ ਛੱਡਣੀ ਨਹੀਂ। ਚਲੋ। ਬਹੁਤ ਬਹੁਤ ਧੰਨਵਾਦ ਢਿੱਲੋਂ ਸਾਹਿਬ। ਵਕਤ ਦੀ ਥੋੜੀ ਜਿਹੀ ਕਮੀ ਹੈ, ਸਾਰਿਆਂ ਨੇ ਆਪਣਾ ਵਕਤ ਰੱਖਿਆ। ਜੱਤਰ ਸਾਹਿਬ ਤੁਹਾਡਾ ਵੀ, ਸੋਖੀ ਸਾਹਿਬ, ਮਹਿਰਾ ਸਾਹਿਬ, ਬਹੁਤ ਬਹੁਤ ਧੰਨਵਾਦ। ਸੋ ਵੱਖ-ਵੱਖ ਪੁਆਇੰਟ ਨੇ, ਉਹਨਾਂ ਦੇ ਉੱਤੇ ਅਸੀਂ ਗੱਲ ਕੀਤੀ ਹੈ ਔਰ ਆਸ ਕਰਾਂਗੇ ਕਿ ਜਲਦ ਤੋਂ ਜਲਦ ਕਰਤਾਰਪੁਰ ਸਾਹਿਬ ਦਾ ਲਾਂਘਾ ਸ਼ੁਰੂ ਹੋਵੇ। ਕਿਸੇ ਚੀਜ਼ ਦੀ ਚਿੰਤਾ ਨਹੀਂ, ਜਿਵੇਂ ਸੋਖੀ ਸਾਹਿਬ ਨੇ ਕਿਹਾ, ਵਪਾਰ ਕਾਰੋਬਾਰ ਦੀ ਦਿਸ਼ਾ ਦੇ ਵਿੱਚ ਵੀ ਅਸੀਂ ਅੱਗੇ ਸੋਚ ਸਕਦੇ ਹਾਂ। ਔਰ ਕਰਤਾਰਪੁਰ ਕੋਰੀਡੋਰ ਦਾ ਜਿਹੜਾ ਲਾਂਘਾ ਹੈ, ਇਹ ਲਾਂਘਾ ਇੱਕ ਬਹੁਤ ਵੱਡੇ ਲਾਂਘੇ ਦੇ ਵਿੱਚ ਵੀ ਤਬਦੀਲ ਹੋ ਸਕਦਾ ਹੈ ਜੇ ਸਰਕਾਰਾਂ ਗੰਭੀਰ ਹੋਣ ਤਾਂ। ਸਾਰੇ ਪੁਆਇੰਟਸ ਦੇ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਕਿਸੇ ਨੂੰ ਕੋਈ ਅਸਹਿਮਤੀ ਹੋਵੇ ਉਹ ਵੀ ਆਪਣਾ ਪੱਖ ਮੇਰੇ ਕੋਲੇ ਭੇਜ ਸਕਦਾ ਹੈ। ਸਵਾਗਤ ਹੈ, ਧੰਨਵਾਦ।